मैं रश्मि सिंह वर्ल्ड वाइड सर्विसेज तो ਅੱਜ ਫਿਰ ਲਾਈਵ ਹਾਜ਼ਰ ਹੋਈ ਹਾਂ ਤੁਹਾਡੇ ਸਾਰਿਆਂ ਦੇ ਰੂਬਰੂ। ਬਹੁਤ ਹੀ ਇੰਪੋਰਟੈਂਟ ਟੌਪਿਕ ਤੁਹਾਡੇ ਅੱਜ ਗੋਲਡਨ ਓਪਰਚੁਨਿਟੀ ਹੈਗੀ ਹੈ। ਵਿਦਆਊਟ ਆਇਲਸ ਸਟੱਡੀ ਇਨ ਆਸਟ੍ਰੇਲੀਆ, ਆਲ ਫੀਸ ਆਫਟਰ ਵੀਜ਼ਾ। 40% ਮਾਰਕਸ ਜੇ ਤੁਹਾਡੇ ਇੰਗਲਿਸ਼ ਦੇ ਵਿੱਚ ਹੈਗੇ ਨੇ ਓਵਰਆਲ, ਭਾਵੇਂ ਪੰਜਾਬ ਨੇ ਤੁਹਾਡੇ 10+2 ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ ਨਾਲ, ਕਿਵੇਂ ਤੁਸੀਂ 40% ਦੇ ਨਾਲ UK ਸਟੱਡੀ ਵੀਜ਼ਾ ਦੇ ਉੱਤੇ ਜਾ ਸਕਦੇ ਹੋ ਨਵੇਂ ਬਦਲੇ ਰੂਲਸ ਦੇ ਅਕੋਰਡਿੰਗਲੀ। ਇਸ ਤੋਂ ਇਲਾਵਾ ਕਿੱਦਾਂ ਤੁਸੀਂ AIP ਪ੍ਰੋਸੈਸ ਨੂੰ ਸਮਝਣ ਦੀ ਲੋੜ ਹੈਗੀ ਹੈ। ਕਈ ਵੀਜ਼ੇ ਆ ਰਹੇ ਨੇ, ਕਈ ਸਟੂਡੈਂਟਸ ਦੀ ਰਿਫਿਊਜ਼ਲਸ ਆ ਰਹੀਆਂ ਨੇ, ਸਾਡੀਆਂ ਵੀ ਆਈਆਂ ਨੇ। ਕੀ ਉਹਦੇ ਕਾਰਨ ਨੇ, ਕੀ ਨਵੀਂ ਪਾਲਿਸੀਜ਼ ਹੈਗੀ ਹੈ ਜਿਹਦੇ ਕਾਰਨ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਰਹੇ ਨੇ। ਸੋ ਕਿਹੜੇ ਬੱਚੇ ਨੇ ਜਿਹੜੇ ਕਿ ਐਲੀਜੀਬਲ ਹੋਣਗੇ ਕੈਨੇਡਾ ਆਫਟਰ AIP ਔਰ 2 ਸਟੇਟ ਪ੍ਰੋਸੈਸ AIP ਦੇ ਵਿੱਚ, ਕਿਹੜੇ ਬੱਚੇ ਨੂੰ ਜਾਣਾ ਚਾਹੀਦਾ ਹੈ। ਕੀ ਸਟੂਡੈਂਟ ਇੱਕ ਬੋਨਾਫਾਈਡ ਸਟੂਡੈਂਟ ਹੈਗਾ, ਕੀ ਸਟੂਡੈਂਟ ਨੂੰ AIP ਮਿਲੇਗੀ ਔਰ ਕਦ ਤੱਕ ਇਹ AIP ਜਿਹੜੀ ਹੈਗੀ ਹੈ ਕੈਨੇਡਾ ਵਾਸਤੇ ਸਟੂਡੈਂਟਸ ਨੂੰ ਮਿਲਣਗੀਆਂ। ਸੋ ਦੋਸਤੋ ਇੱਕ ਵਾਰ ਫਿਰ ਸਾਰੀ ਵਰਲਡ ਵਾਈਡ ਸਰਵਿਸਿਜ਼ ਦੀ ਟੀਮ ਵੱਲੋਂ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਘਰੋਂ ਤਾਂ ਨਿਕਲੋ ਜੇ ਬਹੁਤ ਜ਼ਰੂਰੀ ਕੰਮ ਹੋਵੇ। ਵਰਲਡ ਵਾਈਡ ਸਰਵਿਸਿਜ਼ ਵੀ ਤੁਹਾਨੂੰ ਲਾਈਵ ਵੀਡੀਓ ਕਾਉਂਸਲਿੰਗ ਦੇ ਰਿਹਾ ਹੈਗਾ। ਘਰ ਬੈਠੇ ਬੈਠੇ ਤੁਸੀਂ www.worldwideservices.in ਤੇ ਜਾ ਕੇ ਆਪਣੇ ਡਾਕੂਮੈਂਟਸ ਅਪਲੋਡ ਕਰਕੇ ਆਪਣੀ ਵੀਡੀਓ ਕਾਉਂਸਲਿੰਗ ਦੀ ਅਪਾਇੰਟਮੈਂਟ ਬੁੱਕ ਕਰ ਸਕਦੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀ ਹੈਗੀ ਹੈ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਅਪਾਇੰਟਮੈਂਟ ਬੁੱਕ ਕਰਕੇ 73064 73064 ਦੇ ਉੱਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਸੋ ਦੋਸਤੋ ਅੱਜ ਸਭ ਤੋਂ ਇੰਪੋਰਟੈਂਟ ਟੌਪਿਕ ਦੀ ਸ਼ੁਰੂਆਤ ਕਰਨਾ ਚਾਹਾਂਗੀ, ਸਟੱਡੀ ਇਨ ਆਸਟ੍ਰੇਲੀਆ ਵਿਦਆਊਟ ਆਇਲਸ। ਵਿਦਆਊਟ ਆਇਲਸ ਦੇ ਵਿੱਚ ਕਿਹੜੇ ਕਿਹੜੇ ਸਟੂਡੈਂਟਸ ਐਲੀਜੀਬਲ ਨੇ, ਕੌਣ ਵਿਦਆਊਟ ਆਇਲਸ ਆਸਟ੍ਰੇਲੀਆ ਜਾ ਸਕਦਾ ਹੈਗਾ। ਬੜਾ ਵੱਡਾ ਕੁਐਸਚਨ ਹੈ। ਕਈ ਕੰਸਲਟੈਂਟ ਕੋਲ ਜਾਂਦੇ ਹੈਗੇ ਨੇ, ਉਹ ਕਹਿੰਦੇ ਜੀ ਵਿਦਆਊਟ ਆਇਲਸ ਵੀਜ਼ਾ ਨਹੀਂ ਆਏਗਾ, ਵਿਦਆਊਟ ਆਇਲਸ ਆਫਰ ਲੈਟਰ ਨਹੀਂ ਆਏਗੀ। ਵੀ ਨੀਡ ਟੂ ਅੰਡਰਸਟੈਂਡ ਕਿ ਵਿਦਆਊਟ ਆਇਲਸ ਕੋਈ ਇਹੋ ਜਿਹਾ ਪ੍ਰੋਸੈਸ ਨਹੀਂ ਹੈਗਾ ਜਿਹੜੀ ਕਿ ਸਾਡੀ ਕੰਪਨੀ ਨੇ ਜਾਂ ਹੋਰ ਜਿਹੜੀ ਕੰਟਰੀਜ਼ ਪ੍ਰਮੋਟ ਕਰ ਰਹੀਆਂ ਉਹਨਾਂ ਦੇ ਕੋਲ ਕੋਈ ਰੌਕਟ ਸਾਇੰਸ ਹੈਗਾ। ਇਟਸ ਬੇਸਿਕਲੀ ਅ ਪ੍ਰੋਸੀਜਰ ਵੇਅਰਨ ਕਿ ਆਇਲਸ ਕੀ ਹੈਗਾ, ਇਟ ਇਜ਼ ਐਨ ਇੰਗਲਿਸ਼ ਟੈਸਟ। ਤੇ ਜਿਹੜੇ ਸਟੂਡੈਂਟਸ ਦੇ ਅੰਗਰੇਜ਼ੀ ਦੇ ਵਿੱਚੋਂ 60% ਨੰਬਰ ਨੇ ਇਜ਼ ਇਕੁਇਵਲੈਂਟ ਟੂ 6 ਨਾਟ ਲੈਸ ਦੈਨ 5.5। ਇਹਦਾ ਮਤਲਬ ਤੁਹਾਡਾ ਅੰਗਰੇਜ਼ੀ ਦਾ ਲੈਵਲ ਇੰਨਾ ਹੈਗਾ ਕਿ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਕਮਿਊਨੀਕੇਟ ਕਰਨ ਲਈ ਜਾਂ ਉੱਥੇ ਦੀ ਐਜੂਕੇਸ਼ਨ ਨੂੰ ਅੰਡਰਸਟੈਂਡ ਕਰਨ ਲਈ ਇੰਗਲਿਸ਼ ਸਮਝ ਸਕਦੇ ਹੋ। ਸੋ ਆਇਲਸ ਇਜ਼ ਨਾਟ ਬੇਸਿਕਲੀ ਐਨ ਐਗਜ਼ਾਮ ਕਿ ਜਿਹੜਾ ਕਿ ਆਪਾਂ ਲੈਵਲ ਆਫ ਇੰਗਲਿਸ਼ ਨੂੰ ਸਮਝਣ ਦੀ ਲੋੜ ਹੈਗੀ ਹੈ। ਆਪਾਂ ਵਿਦਆਊਟ ਆਇਲਸ ਗੱਲ ਕਰ ਰਹੇ ਹਾਂ, ਵਿਦਆਊਟ ਇੰਗਲਿਸ਼ ਨਹੀਂ ਗੱਲ ਕਰ ਰਹੇ। ਸੋ ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਆਪਾਂ ਕਿਹੜੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੂੰ ਆਸਟ੍ਰੇਲੀਆ ਫੀਸ ਆਫਟਰ ਵੀਜ਼ਾ ਯਾਨੀ ਕਿ ਲੈਵਲ 1 ਯੂਨੀਵਰਸਿਟੀ ਜਾਂ ਕਾਲਜ ਦੀ 6 ਮਹੀਨੇ ਤੋਂ ਲੈ ਕੇ 1 ਸਾਲ ਦੀ ਫੀਸ, ਜੇ ਤੁਸੀਂ ਐਜ਼ ਅ ਸਟੂਡੈਂਟ ਰਿਸਕ ਨਹੀਂ ਲੈਣਾ ਚਾਹੁੰਦੇ ਔਰ ਜੇ ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈਗਾ ਤੇ ਵਰਲਡ ਵਾਈਡ ਸਰਵਿਸਿਜ਼ ਤੁਹਾਡੇ ਸਾਰੇ ਪੈਸੇ ਲਏਗਾ ਵੀਜ਼ਾ ਲੱਗਣ ਤੋਂ ਬਾਅਦ। ਯਾਨੀ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਆਫਰ ਲੈਟਰ ਚਾਰजेस ਨਹੀਂ, ਕੋਈ ਟਿਊਸ਼ਨ ਫੀਸ ਨਹੀਂ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਡਵਾਂਸ ਨਹੀਂ। ਕੰਪਨੀ ਲਏਗੀ ਦਿਨ ਤੁਹਾਨੂੰ ਤੁਹਾਡਾ ਵੀਜ਼ਾ ਤੁਹਾਡੇ ਹੱਥ ਦੇ ਵਿੱਚ ਦੇਗੀ। ਸੋ ਦੋਸਤੋ ਦੇਰ ਨਾ ਕਰੋ, ਨਵੰਬਰ ਇਨਟੇਕ ਵਾਸਤੇ ਕੁਛ ਹੀ ਯੂਨੀਵਰਸਿਟੀਜ਼ ਇਸ ਟਾਈਮ ਅਵੇਲੇਬਲ ਹੈਗੀਆਂ ਔਰ ਵਰਲਡ ਵਾਈਡ ਸਰਵਿਸਿਜ਼ ਦੇ ਕੋਲ ਉਹ ਯੂਨੀਵਰਸਿਟੀਜ਼ ਦਾ ਟਾਈਪ ਹੈਗਾ ਜਿਹਦੇ ਵਿੱਚ ਕਿ ਤੁਸੀਂ 60% ਅੰਗਰੇਜ਼ੀ ਚੋਂ ਨੰਬਰ ਦੇ ਨਾਲ ਕਿਵੇਂ ਵਿਦਆਊਟ ਆਇਲਸ, ਭਾਵੇਂ ਤੁਸੀਂ 2015 16 17 18 19 20 ਦੇ ਵਿੱਚ ਗ੍ਰੈਜੂਏਟ ਹੋ ਜਾਂ ਤੁਸੀਂ 2018 19 20 ਦੇ ਵਿੱਚ 10+2 ਪਾਸ ਹੋ, ਅੰਗਰੇਜ਼ੀ ਦੇ ਵਿੱਚੋਂ ਦੇ ਤੁਹਾਡੇ 60% ਨੰਬਰ ਨੇ ਵਿਦ ਜਾਂ ਵਿਦਆਊਟ ਆਇਲਸ, ਤੁਸੀਂ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਬਸ਼ਰਤੇ ਕਿ ਤੁਸੀਂ ਲੈਵਲ 1 ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਔਰ ਉੱਥੇ ਫੀਸ ਭਰਨ ਲਈ ਰੈਡੀ ਹੈਗੇ ਹੋ, ਭਾਵੇਂ ਆਫਟਰ ਵੀਜ਼ਾ। ਜੇ ਕਈ ਸਟੂਡੈਂਟਸ ਕਹਿੰਦੇ ਨੇ ਕਿ ਫੀਸ ਆਫਟਰ ਵੀਜ਼ਾ ਦੇ ਨਾਲ ਸਾਨੂੰ ਪੈਕੇਜ ਜਿਹੜਾ ਹੈਗਾ ਬਹੁਤ ਐਕਸਪੈਂਸਿਵ ਲੱਗ ਰਿਹਾ, ਜੀ ਹਾਂ ਬਿਲਕੁਲ ਹੋ ਸਕਦਾ ਤੁਹਾਨੂੰ 1-1.5 ਲੱਖ ਰੁਪਇਆ ਮਹਿੰਗਾ ਜ਼ਰੂਰ ਲੱਗ ਰਿਹਾ ਹੋਏ। ਵੀ ਹੈਵ ਅ ਪ੍ਰੋਸੀਜਰ ਵੇਅਰਨ ਕਿ ਤੁਸੀਂ ਆਪਣਾ ਸਟੈਪ ਵਾਈਜ਼ ਵੀ ਪੇਮੈਂਟ ਕਰ ਸਕਦੇ ਹੋ, ਯਾਨੀ ਕਿ ਤੁਸੀਂ ਫੀਸ ਡਾਇਰੈਕਟਲੀ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਆਪਣੇ ਡਾਕੂਮੈਂਟ ਰੈਡੀ ਹੈਗਾ, ਸੋ ਡੈਫੀਨੇਟਲੀ ਤੁਹਾਡੇ ਕੋਲ ਸਟੈਪ ਵਾਈਜ਼ ਪੇਮੈਂਟ। ਲੇਕਿਨ ਕੰਪਨੀ ਜਿਹੜੇ ਹੈਗੇ ਆ ਭਾਵੇਂ ਲਏ ਸਟੈਪ ਵਾਈਜ਼ ਜਾਂ ਤੁਹਾਡੇ ਤੋਂ ਲਏ ਪੈਕੇਜ ਦੇ ਵਿੱਚ,
ਪੈਕੇਜ ਡੈਫੀਨਿਟਲੀ ਅੱਜ ਮਾਰਕੀਟ ਦਾ ਜੋ ਸਿਨੈਰੀਓ ਹੈਗਾ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਪ੍ਰਮੋਟ ਕਰਨਾ ਪੈਂਦਾ ਹੈਗਾ। ਸੋ ਵੀ ਹੈਵ ਟੂ ਕੀਪ ਅ ਲਿਵਰੇਜ ਵੇਅਰਨ ਕਿ ਕਈ ਇਹੋ ਜਿਹੇ ਸਟੂਡੈਂਟਸ ਹੈਗੇ ਆ ਜਿਹੜੇ ਕਿ ਓਬਵੀਅਸਲੀ ਰਿਸਕ ਨਹੀਂ ਲੈਣਾ ਚਾਹੁੰਦੇ ਇਸ ਪੈਂਡੇਮਿਕ ਨੂੰ ਨਜ਼ਰ ਰੱਖਦੇ ਹੋਏ। ਕਈ ਸਟੂਡੈਂਟਸ ਨੂੰ ਰਿਸਕ ਹੈਗਾ ਕਿ ਕਿਤੇ ਸਾਡੀ ਫੀਸ ਤਾਂ ਨਹੀਂ ਫਸ ਜਾਏਗੀ, ਕਿਤੇ ਸਾਡੀ ਫੀਸ ਕੱਲ੍ਹ ਨੂੰ ਕੱਟ ਕੇ ਰਿਫੰਡ ਆਏਗੀ। ਸੋ ਉਹਨਾਂ ਸਟੂਡੈਂਟਸ ਵਾਸਤੇ ਪੈਕੇਜ ਸਿਸਟਮ ਹੈਗਾ। ਅਦਰਵਾਈਜ਼ ਵੀ ਹੈਵ ਸਟੈਪ ਵਾਈਜ਼ ਪ੍ਰੋਸੀਜਰ ਐਜ਼ ਵੈਲ, ਜਿਹਦੇ ਵਿੱਚ ਕਿ ਤੁਸੀਂ ਆਪਣੀ ਫੀਸ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰ ਸਕਦੇ ਹੋ। ਸਾਰੇ ਕੰਪਨੀ ਦੇ ਫੀਸ ਲਏਗੀ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ। ਸੋ ਦੋਸਤੋ ਦੇਰ ਨਾ ਕਰੋ, ਮੇਰੇ ਨਾਲ ਜਾਂ ਮੇਰੀ ਟੀਮ ਨਾਲ ਅਪਾਇੰਟਮੈਂਟ ਬੁੱਕ ਕਰਨ ਵਾਸਤੇ ਅੱਜ ਹੀ ਕਾਲ ਕਰੋ ਔਰ ਆਪਣੇ ਨਵੰਬਰ ਇਨਟੇਕ ਦੇ ਵਿੱਚ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਸਿੰਗਲ ਜਾਂ ਸਪਾਊਸ ਤੇ ਆਪਣੇ ਬੱਚਿਆਂ ਦੇ ਨਾਲ। ਇਸ ਤੋਂ ਇਲਾਵਾ ਟੂਰਿਸਟ ਵੀਜ਼ੇ ਆਣੇ ਸ਼ੁਰੂ ਹੋ ਗਏ ਨੇ ਆਸਟ੍ਰੇਲੀਆ ਦੇ, ਜਿੱਦਾਂ ਕਿ ਤੁਸੀਂ ਸਾਡੀ ਸਕਸੈਸ ਸਟੋਰੀਜ਼ ਦੇਖੀ ਸੀਗੀਆਂ। ਬਹੁਤ ਛੇਤੀ ਤੁਸੀਂ ਸਾਡੇ ਟੈਸਟੀਮੋਨੀਅਲਸ ਵੀ ਦੇਖੋਗੇ ਸਟੂਡੈਂਟਸ ਦੇ, ਜਿਹਦੇ ਵਿੱਚ ਕਿ ਅੱਜ ਡੈਫੀਨਿਟਲੀ ਬਿਕੋਜ਼ ਆਫ ਦੀ ਕੋਵਿਡ-19 ਉਹਦੇ ਵਿੱਚ ਇੱਕ ਲਿਖਿਆ ਹੋਇਆ ਆ ਰਿਹਾ ਹੈ ਕਿ ਤੁਸੀਂ ਫਲਾਈ ਨਹੀਂ ਕਰ ਸਕਦੇ। ਫਲਾਈ ਡੈਫੀਨਿਟਲੀ ਜਦੋਂ ਬਾਰਡਰਸ ਓਪਨ ਹੋਣਗੇ ਆਸਟ੍ਰੇਲੀਆ ਦੇ, ਯੂ ਵਿਲ ਬੀ ਏਬਲ ਟੂ ਫਲਾਈ। ਬਟ ਇੱਕ ਤਸੱਲੀ ਹੁੰਦੀ ਹੈ ਲੋਕਾਂ ਨੂੰ ਕਿ ਸਾਡਾ ਵੀਜ਼ਾ ਲੱਗਿਆ ਹੋਇਆ। ਨਵੰਬਰ ਇਨਟੇਕ ਦੀ ਆਪਾਂ ਗੱਲ ਕਰੀਏ, ਕਈ ਇਹੋ ਜਿਹੇ ਕੋਰਸਿਸ ਹੈਗੇ ਆ ਕਿ ਜਿਹਦੇ ਵਿੱਚ ਓਬਵੀਅਸਲੀ ਆਪਾਂ ਆਨਲਾਈਨ ਪੜ੍ਹਾਈ ਨਹੀਂ ਕਰ ਸਕਦੇ। ਆਨਲਾਈਨ ਪੜ੍ਹਾਈ ਯਾਨੀ ਕਿ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਗੱਲ ਕਰੀਏ ਕੋਈ ਫੈਸ਼ਨ ਡਿਜ਼ਾਈਨਿੰਗ ਹੈਗਾ ਜਾਂ ਕੋਈ ਆਟੋਮੋਬਾਈਲ ਇੰਜੀਨੀਅਰਿੰਗ ਦਾ ਹੈਗਾ ਜਾਂ ਕਿਸੇ ਵੀ ਮੈਡੀਕਲ ਦੀ ਕਿਸੇ ਤਰ੍ਹਾਂ ਦੀ ਹੈਗੀ ਹੈ। ਸੋ ਓਬਵੀਅਸਲੀ ਵੀ ਕੈਨ ਨਾਟ ਸਟੱਡੀ ਦੋਜ਼ ਕੋਰਸਿਸ ਆਨਲਾਈਨ। ਸੋ ਇਹ ਜਿਹੜੇ ਸਟੂਡੈਂਟਸ ਹੈਗੇ ਨੇ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਰਡਰਸ ਡੈਫੀਨਿਟਲੀ ਹਰ ਕੰਟਰੀ ਨੂੰ ਓਪਨ ਕਰਨੇ ਪੈਣਗੇ। ਯੂਕੇ ਨੇ ਆਲਰੇਡੀ ਸਾਰੇ ਸਟੂਡੈਂਟਸ ਵਾਸਤੇ ਆਪਣੇ ਬਾਰਡਰਸ ਓਪਨ ਕਰ ਦਿੱਤੇ ਹੋਏ ਨੇ ਔਰ ਬਹੁਤ ਹੀ ਐਕਟਿਵਲੀ ਸਾਰੇ ਇੰਡੀਅਨ ਸਟੂਡੈਂਟਸ ਨੂੰ ਵੈਲਕਮ ਕਰ ਰਿਹਾ ਹੈਗਾ। ਵੀਜ਼ਾ ਸਕਸੈਸ ਰੇਟ ਆਲਮੋਸਟ 100% ਚੱਲ ਰਿਹਾ ਇਸ ਟਾਈਮ ਦੇ ਵਿੱਚ। 3 ਦਿਨ ਦੇ ਵਿੱਚ ਆਫਰ ਲੈਟਰ ਆ ਕੇ, ਜੇ ਦੋਸਤੋ ਤੁਹਾਡੇ 28 ਦਿਨ ਪੁਰਾਣੇ ਅਕਾਊਂਟ ਦੇ ਵਿੱਚ ਫੰਡ ਰੈਡੀ ਹੈਗੇ ਨੇ, 3 ਦਿਨ ਦੇ ਵਿੱਚ ਆਫਰ ਲੈਟਰ ਆ ਕੇ ਵਿਦਿਨ 10 ਡੇਜ਼ ਵਰਲਡ ਵਾਈਡ ਸਰਵਿਸਿਜ਼ ਤੁਹਾਨੂੰ ਅਸ਼ੋਰ ਕਰਦਾ ਹੈ ਕਿ ਯੂਕੇ ਦੀ ਲੌਜਮੈਂਟ ਤੁਹਾਡੀ ਕਰ ਸਕਦਾ ਹੈ। ਸੋ ਦੋਸਤੋ ਯੂਕੇ ਦੀ ਗੱਲ ਕਰਨਾ ਚਾਹਾਂਗੀ। 40% ਜੇ ਤੁਹਾਡੇ ਅੰਗਰੇਜ਼ੀ ਦੇ ਵਿੱਚੋਂ ਹੈਗੇ, ਫੋਰ ਐਗਜ਼ਾਮਪਲ ਦੇ ਵਰ ਯੂਨੀਵਰਸਿਟੀਜ਼ ਜਿਹੜਾ ਕਿ ਓਵਰਆਲ 60% ਤੁਹਾਡੇ ਤੋਂ ਮੰਗਦਾ ਸੀਗਾ। ਜੇ ਤੁਹਾਡੇ ਓਵਰਆਲ ਭਾਵੇਂ 50-55 ਨੰਬਰ ਸੀਗੇ +2 ਦੇ ਵਿੱਚ, ਬਟ ਤੁਹਾਡੇ ਅੰਗਰੇਜ਼ੀ ਦੇ ਵਿੱਚੋਂ 60% ਨੰਬਰ ਮੰਗਦੇ ਸੀ। ਸੋ ਬਦਲੇ ਕੁਝ ਯੂਨੀਵਰਸਿਟੀਜ਼ ਨੇ ਤੁਹਾਡੇ ਇੰਗਲਿਸ਼ ਦੇ ਵਿੱਚੋਂ ਭਾਵੇਂ ਤੁਹਾਡੇ 40% ਨੰਬਰ ਵੀ ਹੈਗੇ ਨੇ ਤਾਂ ਵੀ ਤੁਸੀਂ ਯੂਕੇ ਜਾ ਸਕਦੇ ਹੋ, ਬਸ਼ਰਤੇ 1 there is a test called Duolingo, ਜਿਹਦੇ ਵਿੱਚ ਕਿ ਮਿਨੀਮਮ ਕੁਝ ਯੂਨੀਵਰਸਿਟੀਜ਼ ਦਾ 95, ਕਈਆਂ ਦਾ 100 ਸਕੋਰ ਤੁਹਾਨੂੰ ਲੈਣਾ ਪੈਂਦਾ। Duolingo ਇਜ਼ ਅ ਵੈਰੀ ਸਿੰਪਲ ਟੈਸਟ ਜਿਹੜਾ ਕਿ ਤੁਸੀਂ ਰਾਤੀ 12 ਵਜੇ ਵੀ ਜੇ ਘਰ ਬੈਠੇ 1 ਘੰਟੇ ਦਾ ਟੈਸਟ ਹੈਗਾ। ਜੇ ਤੁਸੀਂ ਦੇਣਾ ਚਾਹੁੰਦੇ ਹੋ 3450 ਰੁਪਏ ਦਾ ਟੈਸਟ ਹੈਗਾ। ਸੋ ਜੇ ਇਫ ਯੂ ਕਲੀਅਰ ਦਾ ਟੈਸਟ ਯੂ ਆਰ ਐਲੀਜੀਬਲ ਫॉर ਦੀ ਇੰਗਲਿਸ਼ ਲੈਂਗੁਏਜ। ਬੇਸਿਕਲੀ ਜੇ ਤੁਸੀਂ ਵਿਦਆਊਟ ਆਇਲ 60% ਨੰਬਰ ਤੁਹਾਡੇ ਅੰਗਰੇਜ਼ੀ ਦੇ ਵਿੱਚੋਂ ਨਹੀਂ ਹੈਗੇ ਨੇ ਔਰ ਤੁਸੀਂ ਆਇਲਸ ਦੇ ਵਿੱਚ ਓਵਰਆਲ 6 ਨਾਟ ਲੈਸ ਦੈਨ 5.5 ਨਹੀਂ ਸਕੋਰ ਕਰ ਸਕਦੇ। ਆਇਲਸ ਦੇ ਓਬਵੀਅਸਲੀ ਅਪਾਇੰਟਮੈਂਟਸ ਕਾਫੀ ਪੀਟੀ ਤੁਸੀਂ ਨਹੀਂ ਦੇ ਪਾ ਰਹੇ ਹੋ ਬਿਕੋਜ਼ ਆਫ ਦ ਪੈਂਡੇਮਿਕ। ਸੋ Duolingo ਇਜ਼ ਅ ਟੈਸਟ ਥੀਸ ਯੂਨੀਵਰਸਿਟੀਜ਼ ਆਰ ਐਕਸੈਪਟਿੰਗ, ਜਿਹਦੇ ਵਿੱਚ ਕਿ 95 ਜੇ ਤੁਹਾਡਾ ਸਕੋਰ ਆ ਜਾਂਦਾ ਯੂ ਆਰ ਐਲੀਜੀਬਲ ਫॉर ਯੋਰ ਕੈਸ਼ ਲੈਟਰ, ਜੋ ਕਿ ਆਫਰ ਲੈਟਰ ਤੋਂ ਬਾਅਦ ਤੁਹਾਡੀ ਜਦੋਂ ਫੀਸ ਪੇ ਹੁੰਦੀ ਹੈ ਤੇ ਤੁਹਾਡਾ ਕੈਸ਼ ਲੈਟਰ ਆਉਂਦਾ। ਸੋ ਬੇਸਿਕਲੀ ਦੋਸਤੋ ਇਸ ਟਾਈਮ ਦੇ ਵਿੱਚ ਕੁਝ ਹੀ ਸੀਟਾਂ ਬਾਕੀ ਨੇ। ਅਕਤੂਬਰ ਇਨਟੇਕ 10th of September, ਅੱਜ ਵੀ ਆਰ ਟਾਕਿੰਗ ਔਨ 1st of September, 10th of September ਤੋਂ ਪਹਿਲਾਂ ਜੇ ਤੁਸੀਂ ਆਪਣੀ ਫਾਈਲ ਲਗਾਉਂਦੇ ਹੈਗੇ ਹੋ, ਸੋ ਡੈਫੀਨਿਟਲੀ ਯੂ ਆਰ ਐਲੀਜੀਬਲ ਫॉर ਸਟੱਡੀ ਇਨ ਯੂਕੇ ਵਿਦ 40% ਮਾਰਕਸ ਇਨ ਇੰਗਲਿਸ਼ ਔਰ ਵਰਲਡ ਵਾਈਡ ਸਰਵਿਸਿਜ਼। ਤੁਹਾਨੂੰ ਵਿਸ਼ਵਾਸ ਦਿਲਾਉਣ ਲਈ, ਕਿਉਂਕਿ ਕਈ ਇਹੋ ਜਿਹੇ ਏਜੰਟਸ ਨੇ, ਕਈ ਇਹੋ ਜਿਹੇ ਸਟੂਡੈਂਟਸ ਨੇ ਜਿਹੜੇ ਕਹਿੰਦੇ ਨੇ ਕਿ ਮੈਮ ਉਹ ਕਹਿ ਰਹੇ ਨੇ 40% ਦੇ ਨਾਲ ਤਾਂ ਤੁਹਾਡਾ ਵੀਜ਼ਾ ਨਹੀਂ ਆਏਗਾ, ਤੁਹਾਡੀ ਫੀਸ ਫਸ ਸਕਦੀ ਹੈਗੀ ਹੈ। ਸੋ ਵਰਲਡ ਵਾਈਡ ਸਰਵਿਸਿਜ਼ ਤੁਹਾਨੂੰ ਦੇਗਾ ਸਾਰੇ ਦੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੇਵਾ ਜੀ। ਦੀ ਕੋਈ ਟਿਊਸ਼ਨ ਫੀਸ ਨਹੀਂ, ਕੋਈ ਕੰਪਨੀ ਦੇ ਚਾਰजेस ਨਹੀਂ, ਕਿਸੇ ਤਰ੍ਹਾਂ ਦੇ ਕੋਈ ਕੈਸ਼ ਚਾਰजेस ਨਹੀਂ, ਆਲ ਫੀਸ ਆਫਟਰ ਵੀਜ਼ਾ। ਸੋ ਜੇ ਤੁਸੀਂ ਸਿੰਗਲ ਜਾਣਾ ਚਾਹੁੰਦੇ ਹੋ, +2 ਪਾਸ ਹੈਗੇ ਹੋ ਜਾਂ ਤੁਸੀਂ ਗ੍ਰੈਜੂਏਟ ਹੋ, ਆਪਣੇ ਸਪਾਊਸ ਆਪਣੇ ਬੱਚਿਆਂ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ, ਨਵੇਂ ਬਦਲੇ ਹੋਏ ਕਾਨੂੰਨਾਂ ਦੇ ਮੁਤਾਬਿਕ ਪੋਸਟ ਸਟੱਡੀ ਵਰਕ ਪਰਮਿਟ ਲਈ ਤੁਸੀਂ ਯੂਕੇ ਦੇ ਵਿੱਚ ਇੱਕ ਸੁਨਹਿਰੀ ਮੌਕਾ ਆਪਣੀ PR ਲੈਣ ਦਾ, ਆਪਣੇ ਸੁਪਨੇ ਨੂੰ ਸੈਟਲਮੈਂਟ ਦਾ ਜੇ ਤੁਸੀਂ ਲੈਣਾ ਚਾਹੁੰਦੇ ਹੋ। ਸੋ ਦੋਸਤੋ ਅੱਜ ਹੀ ਵਰਲਡ ਵਾਈਡ ਸਰਵਿਸਿਜ਼ ਦੀ ਟੀਮ ਨੂੰ ਸੰਪਰਕ ਕਰਕੇ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸੋ ਬੇਸਿਕਲੀ ਹਰੇਕ ਏਜੰਟ, ਹਰੇਕ ਕੰਸਲਟੈਂਟ ਕੋਲ ਆਪਣੇ ਵੱਖਰੇ ਟਾਈਪਸ ਹੁੰਦੇ ਨੇ ਦੋਸਤੋ। ਮੈਂ ਗੱਲ ਕਰਨਾ ਚਾਹਾਂਗੀ ਬਹੁਤ ਸਾਰੇ
ਸਟੂਡੈਂਟਸ ਨੇ ਜਿਹੜੇ ਕਿ ਵੱਖਰੇ ਵੱਖਰੇ, ਕਿਉਂਕਿ ਕਈ ਇਹੋ ਜਿਹੇ ਕੰਮ ਨੇ, ਕਈ ਇਹੋ ਜਿਹਾ ਐਕਸਪੀਰੀਅੰਸ ਹੈਗੇ, ਕਿਉਂਕਿ ਅਸੀਂ ਕੰਮ ਕਰਦੇ ਹਾਂ ਆਪਣੇ ਆਫਿਸ ਦੇ ਵਿੱਚ ਬਹਿ ਕੇ ਆਪਣੀ ਇੱਕ ਫਿਕਸ ਟੀਮ ਦੇ ਨਾਲ, ਬਟ ਤੁਸੀਂ ਹੈਗੇ ਹੋ ਜੋ ਸਾਨੂੰ ਸਿਖਾਉਂਦੇ ਹੋ। ਕਿਵੇਂ ਦੋਸਤੋ? ਕਿਉਂਕਿ ਤੁਸੀਂ ਹਰੇਕ ਕੰਸਲਟੈਂਟ ਦੇ ਕੋਲ ਜਾ ਕੇ, ਹਰੇਕ ਨਵੇਂ ਏਜੰਟ ਦੇ ਕੋਲ ਜਾ ਕੇ, ਹਰੇਕ ਸਟੂਡੈਂਟ ਐਡਵਾਈਜ਼ਰ ਦੇ ਕੋਲ ਜਾ ਕੇ ਤੁਸੀਂ ਕੁਐਰੀਜ਼ ਕਿ ਕਿੱਦਾਂ ਤੁਸੀਂ ਵਿਦਆਊਟ ਆਇਲਸ ਫੀਸ ਆਫਟਰ ਵੀਜ਼ਾ, ਕੋਈ ਕਿਉਂ ਪੱਲਿਓ ਲਾਏਗਾ? ਅੱਜ ਕੋਈ ਆਪਣੇ ਭਰਾ ਵਾਸਤੇ ਵੀ ਨਹੀਂ ਪੈਸੇ, ਨਹੀਂ, ਕਿਉਂਕਿ ਅਸੀਂ ਜੋ ਫੀਸ ਆਫਟਰ ਵੀਜ਼ਾ ਤੁਹਾਡੇ ਤੋਂ ਲੈ ਰਹੇ ਹਾਂ ਦੋਸਤੋ, ਉਹਦੇ ਲਈ ਅਸੀਂ ਡੈਫੀਨਿਟਲੀ ਇਹ ਪੈਕੇਜ ਜਿੱਥੇ ਕਿ ਅਸੀਂ 50,000 ਰੁਪਏ ਕਮਾਣੇ ਆ, ਤੇ ਹੋ ਸਕਦਾ 1 ਤੋਂ 1.5 ਲੱਖ ਰੁਪਏ ਤੁਹਾਨੂੰ ਓਵਰਆਲ ਪੈਕੇਜ ਮਹਿੰਗਾ ਲੱਗੇ, ਕਿਉਂਕਿ ਅਸੀਂ ਪੱਲਿਓਂ ਆਪਣੇ ਪੈਸੇ ਇਨਵੈਸਟ ਕਰ ਰਹੇ ਨੇ। ਕਿ ਮਿਨੀਮਮ ਜੇ ਆਪਾਂ ਗੱਲ ਕਰੀਏ ਤੇ ਯੂਕੇ ਦੇ ਵਿੱਚ 2 ਮਹੀਨੇ ਵਾਸਤੇ ਤੁਹਾਡੀ ਫੀਸ ਹੋ ਗਈ, ਤੇ ਉਸ ਚੀਜ਼ ਨੂੰ ਇਨਵੈਸਟ ਕਰਨ ਵਾਸਤੇ ਡੈਫੀਨਿਟਲੀ ਵੀ ਚਾਰਜ ਦੈਟ ਅਮਾਊਂਟ। ਸੋ ਯੂ ਹੈਵ ਦੀ ਓਪਰਚੁਨਿਟੀ, ਤੁਸੀਂ ਸਟੈਪ ਵਾਈਜ਼ ਆਪਣੀ ਫੀਸ ਡਾਇਰੈਕਟਲੀ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰਕੇ ਸਾਡੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਉਹ ਵੀ ਆਪਸ਼ਨ ਤੁਹਾਡੇ ਕੋਲ ਹੈ, ਜਿਹਦੇ ਵਿੱਚ ਕਿ ਤੁਸੀਂ 1.5 ਲੱਖ ਰੁਪਏ ਦਾ ਆਪਣਾ ਫਾਇਦਾ ਲੈ ਸਕਦੇ ਹੋ। ਸੋ ਦੋਸਤੋ ਦੇਰ ਨਾ ਕਰੋ, ਕੁਝ ਹੀ ਸੀਟਾਂ ਬਾਕੀ ਨੇ। ਆਪਾਂ ਸੋਚੀਏ ਕਿ ਇਹ ਜਨਵਰੀ ਇਨਟੇਕ ਦੇ ਵਿੱਚ ਇਹ ਚੀਜ਼ ਨੂੰ ਅਸੀਂ ਅਵੇਲ ਕਰ ਪਾਵਾਂਗੇ। ਡੈਫੀਨਿਟਲੀ 2020 ਪੈਂਡੇਮਿਕ ਦੇ ਵਿੱਚ ਜੇ ਆਪਾਂ ਗੱਲ ਕਰੀਏ, ਔਰ ਇਸ ਸਿਚੁਏਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰੇਕ ਕੰਟਰੀ ਨੂੰ ਲੋੜ ਹੈਗੀ ਹੈ ਸਟੂਡੈਂਟਸ ਦੀ, ਹਰੇਕ ਕੰਟਰੀ ਨੇ ਇੱਕ ਖਿੱਚ ਪੈ ਰਹੀ ਹੈ ਕਿ ਇਹ ਸਟੂਡੈਂਟ ਸਾਡੇ ਕੋਲ ਆਵੇ। ਕੈਨੇਡਾ ਕਹਿੰਦਾ ਸਾਡੇ ਕੋਲ ਆਵੇ, ਆਸਟ੍ਰੇਲੀਆ ਕਹਿੰਦਾ ਸਾਡੇ ਕੋਲ ਆਵੇ, ਯੂਕੇ ਕਹਿੰਦਾ ਸਾਡੇ ਕੋਲ ਆਵੇ। ਸੋ ਓਬਵੀਅਸਲੀ ਇੰਨੀ ਪਾਲਿਸੀ, ਇੰਨੇ ਚੇਂਜਸ, ਇੰਨੀ ਲਿਵਰੇਜ ਕਦੀ ਵੀ ਕਿਸੇ ਵੀ ਕੰਟਰੀ ਨੇ ਨਹੀਂ ਦਿੱਤੀ ਕਿ ਯੂਕੇ ਨੇ 40% ਇੰਗਲਿਸ਼ ਦੇ ਬੱਚਿਆਂ ਨੂੰ ਓਪਰਚੁਨਿਟੀ ਦਿੱਤੀ ਹੋਵੇ ਆਪਣੀ ਕੰਟਰੀ ਦੇ ਵਿੱਚ, ਆਪਣੀ ਯੂਨੀਵਰਸਿਟੀ ਦੇ ਵਿੱਚ ਆਉਣ ਦੀ। ਸੋ ਦੋਸਤੋ ਅੱਜ ਇਹ ਮੌਕਾ ਹੈਗਾ, ਜੇ ਪੈਂਡੇਮਿਕ ਦੇ ਕੁਝ ਨੁਕਸਾਨ ਹੋਏ ਨੇ ਤੇ ਡੈਫੀਨਿਟਲੀ ਬੈਨੀਫਿਟ ਵੀ ਹੋਇਆ ਉਹਨਾਂ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਥੋੜੀ ਜਿਹੀ ਵੀਕ ਪ੍ਰੋਫਾਈਲ ਹੈਗੀ ਹੈ। ਓਬਵੀਅਸਲੀ ਦੇ ਤੁਹਾਡੇ ਅੰਗਰੇਜ਼ੀ ਤੋਂ 60% ਨੰਬਰ ਨੇ, ਜਾਂ ਤੁਸੀਂ ਓਵਰਆਲ 55% ਨੰਬਰ ਨੇ, ਜਾਂ ਤੁਹਾਡੇ ਓਵਰਆਲ 6 not less than 5.5 ਨੇ, ਯੂ ਆਰ ਐਲੀਜੀਬਲ ਈਵਨ ਇਨ ਜਨਵਰੀ 2021 ਆਲਸੋ। ਬਟ ਜੇ ਤੁਹਾਡਾ ਵੀਕ ਪ੍ਰੋਫਾਈਲ ਹੈਗਾ, ਅੰਗਰੇਜ਼ੀ ਤੋਂ ਨੰਬਰ ਘੱਟ ਰਹਿ ਗਏ ਨੇ, ਸੋ ਮੇਰੀ ਉਹਨਾਂ ਹਰ ਸਟੂਡੈਂਟ ਨੂੰ ਰਿਕੁਐਸਟ ਹੈਗੀ ਹੈ, ਦਿਸ ਇਜ਼ ਦ ਰਾਈਟ ਟਾਈਮ ਟੂ ਅਵੇਲ ਦ ਗੋਲਡਨ ਓਪਰਚੁਨਿਟੀ and go to your dream destination UK। and ਦੋਸਤੋ ਹੈਗੀਆਂ ਜੇ ਆਪਾਂ ਗੱਲ ਕਰੀਏ ਆਲਰੇਡੀ ਬਿਕੋਜ਼ ਆਫ ਦ ਪੈਂਡੇਮਿਕ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰਦੇ ਹੋਏ ਹਰੇਕ ਯੂਨੀਵਰਸਿਟੀ ਨੂੰ, ਹਰੇਕ ਕਾਲਜ ਨੂੰ ਜਿਹੜੀ ਕਿ ਪਰਮਿਸ਼ਨ ਮਿਲੀ ਹੈ ਉਹ 40% ਸਟੂਡੈਂਟਸ ਹੀ ਮਿਲੀ ਹੈ। ਫॉर ਐਗਜ਼ਾਮਪਲ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ 100 ਸਟੂਡੈਂਟਸ ਦੀ ਥਾਂ ਹੈਗੀ ਹੈ ਬੈਠਣ ਦੀ, ਤੇ ਸਿਰਫ 40 ਸਟੂਡੈਂਟਸ ਉੱਥੇ ਅਕੋਮੋਡੇਟ ਕਰ ਪਾਏਗੀ ਕੋਈ ਵੀ ਯੂਨੀਵਰਸਿਟੀ ਹਰ ਕਲਾਸਰੂਮ ਦੇ ਵਿੱਚ। ਸੋ ਓਬਵੀਅਸਲੀ ਵੈਰੀ ਲਿਮਿਟਡ ਸੀਟਸ, ਇਟਸ ਔਨ ਫਰਸਟ ਕਮ ਫਰਸਟ ਸਰਵ ਬੇਸਿਸ। ਜੇ ਤੁਸੀਂ 40% ਅੰਗਰੇਜ਼ੀ ਦੇ ਨੰਬਰ ਦੇ ਨਾਲ ਆਪਣੀ ਸੀਟ ਪੱਕੀ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇਸ ਤੋਂ ਬਾਅਦ ਵੈਰੀ ਵੈਰੀ ਇੰਪੋਰਟੈਂਟ ਸਾਡੀ ਪੰਜਾਬੀਆਂ ਦੀ ਫੇਵਰਿਟ ਕੰਟਰੀ ਕੈਨੇਡਾ। 27-28 ਤਰੀਕ ਤੱਕ ਜੇ ਮੈਂ ਗੱਲ ਕਰਾਂ ਅਗਸਤ ਦੇ ਵਿੱਚ, ਸੋ ਆਈ ਥਿੰਕ ਆਪਾਂ ਇੱਕ ਵੀ ਰਿਫਿਊਜ਼ਲ ਨਹੀਂ ਦੇਖੀ ਸੀਗੀ ਜੇ ਮੈਂ ਕੈਨੇਡਾ ਦੀ ਗੱਲ ਕਰਾਂ। ਔਰ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਹਰੇਕ ਪ੍ਰੋਫਾਈਲ ਨੂੰ, ਹਰੇਕ ਐਪਲੀਕੇਸ਼ਨ ਨੂੰ ਕੈਨੇਡਾ ਵੀਜ਼ੇ ਦੇ ਰਿਹਾ। ਇਸ ਟਾਈਮ ਆਪਾਂ ਆਪਣੀ ਜੀ ਗੱਲ ਕਰੀਏ, ਜੇ ਆਪਾਂ ਵੀਜ਼ੇ ਦਿਖਾਉਣ ਦੀ ਗੱਲ ਕਰਦੇ ਹਾਂ, ਸੋ ਡੈਫੀਨਿਟਲੀ ਰਿਫਿਊਜ਼ਲਾਂ ਵੀ ਆ ਰਹੀਆਂ ਨੇ, ਹਰ ਏਜੰਟ ਦੀ ਆ ਰਹੀਆਂ, ਸਾਡੀ ਵੀ ਰਿਫਿਊਜ਼ਲਾਂ ਆਈਆਂ ਪਿਛਲੇ 3-4 ਦਿਨ ਦੇ ਵਿੱਚ। ਕੁਝ AIPs ਜਿਹੜੀ ਕਿ ਅਪਰੂਵ ਨਹੀਂ ਹੋਈਆਂ। ਦਿਸ ਇਜ਼ ਨਾਟ ਬਿਕੋਜ਼ ਆਫ ਕਿ ਕਿਸੇ ਵੀ ਕੰਸਲਟੈਂਟ ਦੀ ਜਾਂ ਸਾਡੀ ਕੋਈ ਗਲਤੀ ਹੈਗੀ ਹੈ ਜਾਂ ਤੁਹਾਡੀ ਕੋਈ ਗਲਤੀ ਹੈ। ਜੇ ਆਪਾਂ ਗੱਲ ਕਰੀਏ ਕੋਰਸ, ਡੈਫੀਨਿਟਲੀ ਇਟ ਵਾਜ਼ ਅ ਰੈਲੇਵੈਂਟ ਕੋਰਸ। ਜੇ ਆਪਾਂ ਗੱਲ ਕਰੀਏ GIC ਦੀ, ਭਾਵੇਂ SDS ਕੈਟੇਗਰੀ ਹੈ ਭਾਵੇਂ ਨੌਨ SDS ਹੈ, ਵੀ ਮੇਕ ਸ਼ੋਰ ਕਿ ਅਸੀਂ ਬੱਚੇ ਦੀ GIC ਜ਼ਰੂਰ ਫਿਲ ਕਰਾਉਂਦੇ ਹੈਗੇ ਆ। ਜੇ ਆਪਾਂ ਗੱਲ ਕਰੀਏ ਬੱਚੇ ਦੇ ਅਕੈਡਮਿਕਸ ਇਨ ਲਿਊ ਆਫ ਦੀ IELTS ਸਕੋਰ, ਉਹ ਆਪਾਂ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਫਾਈਲ ਲਾਉਂਦੇ ਹਾਂ। ਫਿਰ ਕਿਉਂ ਵੀਜ਼ੇ ਰਿਫਿਊਜ਼ ਹੋਏ? ਕੀ ਇਹਦੇ ਵਿੱਚ ਕਿਸੇ ਦੀ ਕੋਈ ਗਲਤੀ ਸੀਗੀ? ਯੈਸ, ਦੇਰ ਆਰ ਸਟੂਡੈਂਟਸ ਜਿਹੜੇ ਕਿ ਕਈ ਕੰਪਨੀਆਂ ਤੋਂ ਰਿਫਿਊਜ਼ ਹੋ ਕੇ ਸਾਡੇ ਕੋਲ ਆਉਂਦੇ ਨੇ। ਫॉर ਐਗਜ਼ਾਮਪਲ ਬੱਚੇ ਨੇ BCom ਕੀਤੀ ਵੀ ਹੈ ਔਰ ਉਹਨੂੰ ਕੋਰਸ ਦਿੱਤਾ ਹੋਇਆ ਇਵੈਂਟ ਮੈਨੇਜਮੈਂਟ ਦਾ। ਸੋ ਦੋਸਤੋ ਇਟ ਇਜ਼ ਓਬਵੀਅਸਲੀ ਨਾਟ ਅ ਰੈਲੇਵੈਂਟ ਕੋਰਸ। ਇੱਕ BCom ਜਿਹਨੇ ਅਕਾਊਂਟਸ ਪੜ੍ਹੀ ਹੈ, ਇਕਨੋਮਿਕਸ ਪੜ੍ਹੀ ਹੈ, ਠੀਕ ਹੈ ਜੀ, ਇਵੈਂਟ ਮੈਨੇਜਮੈਂਟ ਦਾ ਕੋਰਸ ਦੇ ਰਹੇ, ਸੋ that is definitely an irrelevant, could have gone for accountancy, could have gone for business studies। relevant course ਬਹੁਤ ਹੀ ਇੰਪੋਰਟੈਂਟ ਹੈ। ਬਟ ਉਸ ਤੋਂ ਇਲਾਵਾ ਜਿਨ੍ਹਾਂ ਦਾ ਸਾਰਾ ਕੁਝ ਸਹੀ ਸੀਗਾ ਉਹਨਾਂ ਦੇ ਵੀਜ਼ੇ ਕਿਉਂ ਰਿਫਿਊਜ਼ ਹੋਏ? that's a very important question। according to the new policy of Canada,
ਇਸ ਟਾਈਮ ਦੇ ਵਿੱਚ ਕਈ ਚੀਜ਼ਾਂ ਪੋਜ਼ਿਟਿਵ ਵੀ ਆਈਆਂ ਹੈਗੀਆਂ। ਨਾਓ ਵਾਟ ਆਰ ਦੋਜ਼ ਥਿੰਗਸ? ਦੇਰ ਆਰ 3 ਪੁਆਇੰਟਸ ਵਿਚ ਆਰ ਪੋਜ਼ਿਟਿਵ, ਬਟ ਆਪਾਂ ਪਹਿਲਾਂ ਨੈਗੇਟਿਵ ਦੀ ਗੱਲ ਕਰੀਏ। ਉਹਨਾਂ ਨੂੰ ਇਹ ਪਤਾ ਹੈਗਾ ਕਿ 1 ਸਾਲ ਦੀ ਪੜ੍ਹਾਈ ਹੋ ਸਕਦਾ ਹੈਗਾ। ਬੱਚਾ ਹੁਣ ਸਤੰਬਰ ਦੇ ਵਿੱਚ, ਕਈ ਬੱਚਿਆਂ ਨੇ ਮਈ ਦੇ ਵਿੱਚ ਆਨਲਾਈਨ ਕਲਾਸਿਸ ਸ਼ੁਰੂ ਕਰਤੀਆਂ, ਕਈਆਂ ਨੇ ਸਪਟੈਂਬਰ ਦੇ ਵਿੱਚ ਆਨਲਾਈਨ ਕਲਾਸਿਸ ਸ਼ੁਰੂ ਕਰਤੀਆਂ। ਸੋ ਹੋ ਸਕਦਾ ਦਿਸ ਮੇ ਸਟ੍ਰੈਚ ਅਪ ਟੂ ਅਕਟੂਬਰ ਨਵੰਬਰ ਆਲਸੋ। ਸੋ ਉਹਨਾਂ ਨੇ ਲਿਵਰੇਜ ਦੇਤੀ, ਜੇ ਸਟੂਡੈਂਟ 1 ਸਾਲ ਤੱਕ ਆਪਣੀ ਆਨਲਾਈਨ ਪੜ੍ਹਾਈ ਕਰਦਾ ਹੈ ਤਾਂ ਤੁਸੀਂ 1 ਸਾਲ ਇੱਥੇ ਪੜ੍ਹਾਈ ਕਰਕੇ, ਯਾਨੀ ਕਿ 50% ਆਪਣੀ ਪੜ੍ਹਾਈ ਕਰਕੇ, ਸੈਕੰਡ ਈਅਰ ਕੈਨੇਡਾ ਦੇ ਵਿੱਚ ਪੜ੍ਹਾਈ ਕਰਕੇ ਪੋਸਟ ਸਟੱਡੀ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ। ਦੈਟਸ ਅ ਗ੍ਰੇਟ ਨਿਊਜ਼। ਆਈ ਰਿਪੀਟ, ਜੇ ਤੁਹਾਡਾ 2 ਸਾਲ ਦਾ ਕੋਰਸ ਹੈ, 1 ਸਾਲ ਤੁਸੀਂ ਇੰਡੀਆ ਦੇ ਵਿੱਚ ਪੜ੍ਹਾਈ ਕਰ ਰਹੇ ਹੋ ਔਰ ਸੈਕੰਡ ਈਅਰ ਤੁਸੀਂ ਕੈਨੇਡਾ ਦੇ ਵਿੱਚ ਕਰ ਰਹੇ ਹੋ, ਤਾਂ ਵੀ ਤੁਸੀਂ ਪੋਸਟ ਸਟੱਡੀ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਹੋ। ਯਾਨੀ ਕਿ ਜਿਨ੍ਹਾਂ ਸਟੂਡੈਂਟਸ ਨੇ ਮਈ ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਹੈ ਔਰ ਜਿਹੜੇ ਬੱਚੇ ਅਗਲੇ ਮਈ ਤੱਕ ਫॉर एग्जांपल ਆਨਲਾਈਨ ਕਲਾਸਿਸ ਲੈਂਦੇ ਨੇ ਔਰ 1 ਸਾਲ ਜਾ ਕੇ ਕੈਨੇਡਾ ਦੇ ਵਿੱਚ ਪੜ੍ਹਦੇ ਨੇ, ਦੇ ਆਰ ਐਲੀਜੀਬਲ। ਯਾਨੀ ਕਿ 2 ਸਾਲ ਤੋਂ ਪੜ੍ਹਾਈ ਤੋਂ ਬਾਅਦ ਜਿਹੜਾ ਤੁਹਾਡਾ ਵਰਕ ਪਰਮਿਟ ਐਲੀਜੀਬਲ ਹੁੰਦਾ, ਉਹ ਤੁਸੀਂ 1 ਸਾਲ ਇੱਥੇ ਰਹਿ ਕੇ ਆਪਣੇ ਘਰ ਦੇ ਵਿੱਚ ਪੜ੍ਹਾਈ ਕਰਕੇ ਜਿਸ ਦਿਨ ਤੁਸੀਂ ਆਪਣੀ ਆਨਲਾਈਨ ਕਲਾਸਿਸ ਸ਼ੁਰੂ ਕਰਦੇ ਹੋ, ਉਹ ਆਪਣਾ ਪੋਸਟ ਸਟੱਡੀ ਵਰਕ ਪਰਮਿਟ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਤੁਸੀਂ ਪੂਰਾ ਕਰ ਸਕਦੇ ਹੋ। ਸੋ ਦੈਟਸ ਅ ਵੈਰੀ ਵੈਰੀ ਇੰਪੋਰਟੈਂਟ ਐਂਡ ਗੁੱਡ ਨਿਊਜ਼। ਹੁਣ ਕਈ ਸਟੂਡੈਂਟਸ ਕਹਿਣਗੇ, ਕਈ ਸਵਾਲ ਵੀ ਆਉਣਗੇ ਕਿ ਮੈਮ ਸਾਡਾ ਕੋਰਸ 1 ਸਾਲ ਦਾ ਹੈਗਾ, ਵਾਟ ਇਫ ਮਈ ਦੇ ਵਿੱਚ ਸਾਡੀ ਕਲਾਸਿਸ ਸ਼ੁਰੂ ਹੋਈਆਂ ਔਰ ਨੈਕਸਟ ਅਪ੍ਰੈਲ ਤੱਕ ਸਾਨੂੰ ਘਰ ਬੈਠੇ ਇੰਡੀਆ ਦੇ ਵਿੱਚ ਪੜ੍ਹਾਈ ਕਰਨੀ ਪੈਗੀ, ਤੇ ਸਾਡਾ ਕੀ ਹੱਲ ਹੈ? ਜੇ ਤੁਹਾਡਾ 1 ਸਾਲ ਦਾ ਕੋਰਸ ਵੀ ਹੈਗਾ, ਉਸ ਤੋਂ ਬਾਅਦ ਵੀ 2 ਸਾਲ ਦੇ ਪੋਸਟ ਸਟੱਡੀ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਹੋ। ਯਾਨੀ ਕਿ ਈਵਨ ਇੰਡੀਆ ਦੇ ਵਿੱਚ ਜੇ ਤੁਸੀਂ ਆਨਲਾਈਨ ਕਲਾਸਿਸ ਲਿੱਤੀ ਹੈਗੀਆਂ, ਯੂ ਆਰ ਸਟਿਲ ਐਲੀਜੀਬਲ ਫॉर ਪੋਸਟ ਸਟੱਡੀ ਵਰਕ ਪਰਮਿਟ ਇਨ ਕੈਨੇਡਾ after studying 1 year in India also. So that's a very, very big and a good news from the Canada High Commission. ਇਸ ਤੋਂ ਇਲਾਵਾ ਕਈ ਸਟੂਡੈਂਟਸ ਕਹਿਣਗੇ ਮੈਮ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਵੀ ਹੈਗਾ। ਫॉर एग्जांपल ਜਿਹੜੇ ਬੱਚੇ ਨੇ 1 ਸਾਲ ਦੀ ਐਡਮਿਸ਼ਨ ਆਲਰੇਡੀ ਲੈ ਲਈ ਹੋਈ ਹੈ, ਉਹਨਾਂ ਦਾ ਵੀਜ਼ਾ ਵੀ ਆ ਗਿਆ, ਯਾਨੀ ਕਿ AIP ਅਪਰੂਵ ਹੋ ਗਈ ਹੈ ਔਰ ਜਿਨ੍ਹਾਂ ਨੇ ਆਪਣੀ ਕਲਾਸਿਸ ਸ਼ੁਰੂ ਕਰਤੀਆਂ ਹੋਈਆਂ, ਸੋ ਦੇ ਕੈਨ ਗੋ ਐਂਡ ਟੇਕ ਐਡਮਿਸ਼ਨ ਇਨ ਅਨਦਰ ਕੋਰਸ ਫॉर 1 year। ਯਾਨੀ ਕਿ 1 ਸਾਲ ਪੜ੍ਹਾਈ ਆਲਰੇਡੀ ਤੁਸੀਂ ਕਰ ਚੁੱਕੇ ਹੋ। ਫॉर एग्जांपल ਤੁਸੀਂ ਆਪਣਾ ਡਿਪਲੋਮਾ ਕਰ ਚੁੱਕੇ ਹੋ, ਸੋ ਯੂ ਕੈਨ ਟੇਕ ਐਡਮਿਸ਼ਨ ਇਨ ਐਡਵਾਂਸ ਡਿਪਲੋਮਾ, ਯੂ ਸਟੱਡੀ ਫॉर 1 more year ਐਂਡ ਤੁਹਾਡੇ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਲਈ ਤੁਸੀਂ ਐਲੀਜੀਬਲ ਹੁੰਦੇ ਹੋ। ਯਾਨੀ ਕਿ eligible for 3 years work permit, and even if you have studied that 1 year in India, second year ਤੁਸੀਂ ਕੈਨੇਡਾ 'ਚ ਪੜ੍ਹ ਕੇ ਆਪਣੇ post study work permit ਲਈ eligible ਹੋ ਸਕਦੇ ਹੋ। So that's a great news, the first very important great news one। ਤੁਸੀਂ ਆਪਣੀ ਆਨਲਾਈਨ ਪੜ੍ਹਾਈ ਜਿਸ ਦਿਨ ਤੋਂ ਸ਼ੁਰੂ ਕਰ ਦਿਓ ਔਰ 1 ਸਾਲ ਤੱਕ 50% ਤੱਕ ਪੜ੍ਹਾਈ ਤੁਸੀਂ ਇੰਡੀਆ ਤੋਂ ਕਰਕੇ 1 ਸਾਲ ਉੱਥੇ ਪੜ੍ਹ ਕੇ ਪੋਸਟ ਸਟੱਡੀ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਹੋ। ਜੇ ਤੁਸੀਂ ਸੈਕੰਡ ਇੱਥੇ 1 ਸਾਲ ਦੇ ਕੋਰਸ ਤੁਸੀਂ ਐਡਮਿਸ਼ਨ ਲਿੱਤੀ ਹੈ, ਤੁਹਾਡੀ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਹੈ, ਆਨਲਾਈਨ ਤੁਸੀਂ 1 ਸਾਲ ਇੰਡੀਆ ਤੋਂ ਪੜ੍ਹਦੇ ਹੋ, ਸਟਿਲ ਯੂ ਆਰ ਐਲੀਜੀਬਲ ਫॉर ਅ ਪੋਸਟ ਸਟੱਡੀ ਵਰਕ ਪਰਮਿਟ। ਦੈਟਸ ਅ ਵੈਰੀ ਬ੍ਰਿਲੀਅੰਟ ਐਂਡ ਬਿਗ ਨਿਊਜ਼। ਇਸ ਤੋਂ ਇਲਾਵਾ ਜਿਹੜੇ ਵੀ ਸਟੂਡੈਂਟਸ ਹੁਣ ਇੱਥੇ ਬੈਠੇ ਹੋਏ ਨੇ 18 ਮਾਰਚ ਤੋਂ ਪਹਿਲਾਂ ਆਪਣੀ ਵੀਜ਼ਾ ਅਪਰੂਵਲਸ ਲੈ ਕੇ, ਉਹਨਾਂ ਕਈ ਸਟੂਡੈਂਟਸ ਦੀ ਹੁਣ ਪਾਸਪੋਰਟ ਰਿਕੁਐਸਟ ਆਣੀ ਸ਼ੁਰੂ ਹੋ ਗਈਆਂ ਨੇ। So according to the scenario, this is not a news which is under any signature. This is not a news which is under any letterhead or a stamp. But this is that there are few students who have started getting passport request, यानी कि VFS जल्दी open होने ਦੀ ਸੰਭਾਵਨਾ ਹੈਗੀ ਹੈ। Now, very important thing कि ਵੀਜ਼ੇ ਰਿਫਿਊਜ਼ ਕਿਉਂ ਹੋ ਰਹੇ ਨੇ। AIP ਪਿਛਲੇ 1 ਹਫ਼ਤੇ ਦੀ ਜੇ ਆਪਾਂ ਗੱਲ ਕਰੀਏ, ਅਪਰੋਕਸੀਮੇਟਲੀ 27-28 ਤਰੀਕ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਕਾਫੀ ਵੀਜ਼ੇ ਰਿਫਿਊਜ਼ਲਸ ਦੇ ਸਾਡੇ ਕੋਲ ਸਟੂਡੈਂਟਸ ਆ ਰਹੇ ਨੇ ਵੱਖ-ਵੱਖ ਕੰਪਨੀਆਂ ਤੋਂ, ਕੁਛ ਹੋਈਆਂ। ਵੀ ਆਰ ਆਲਸੋ ਹਿਊਮਨ ਬੀਇੰਗਸ। ਵਾਟ ਵਾਸ ਦ ਰੀਜ਼ਨ? ਫਾਈਲ ਲੌਜਮੈਂਟ ਤੋਂ ਬਾਅਦ ਕੁਛ ਇਹੋ ਜਿਹੇ ਰੂਲਸ ਚੇਂਜ ਹੋਏ। ਨਾਓ ਇਹ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਦੋਸਤੋ। ਹਾਈ ਕਮਿਸ਼ਨ ਨੇ ਕਿਹਾ ਤੁਸੀਂ 1 ਸਾਲ ਦੀ ਪੜ੍ਹਾਈ ਇੱਥੇ ਕਰ ਲਈ, ਆਪਣੀ 1 ਸਾਲ ਦੀ ਫੀਸ ਤੁਸੀਂ ਭਰਤੀ, 1 ਸਾਲ ਬਾਅਦ ਜਦੋਂ ਤੁਸੀਂ ਉੱਥੇ ਜਾਓਗੇ ਕੈਨੇਡਾ, ਕੀ ਤੁਹਾਡੇ ਕੋਲ ਸੈਕੰਡ ਈਅਰ ਦੀ ਫੀਸ GIC ਤੁਸੀਂ ਪੇ ਕਰਤੀ, ਆਪਣੇ ਲਿਵਿੰਗ ਐਕਸਪੈਂਸ ਸ਼ੋ ਕਰਤੇ ਜਦੋਂ ਤੁਸੀਂ ਕੈਨੇਡਾ ਜਾਣਾ ਹੈ, $10,200 ਤੁਹਾਡੀ GIC ਹੋਗੀ। ਕਿਆ ਉਸ ਤੋਂ ਇਲਾਵਾ ਤੁਹਾਡੇ ਕੋਲ ਸੈਕੰਡ ਈਅਰ ਦੀ ਆਪਣੀ ਫੀਸ ਹੈਗੀ ਹੈ ਭਰਨ ਵਾਸਤੇ? ਕਿਆ ਤੁਹਾਡੇ ਕੋਲ ਆਪਣੇ ਇੱਥੋਂ ਟਿਕਟ ਦੇ ਜਾਣ ਦੇ ਪੈਸੇ ਹੈਗੇ ਨੇ? ਕਿਆ ਤੁਹਾਡੇ ਕੋਲ ਉੱਥੇ ਰਹਿਣ ਦੇ ਜਿਹੜੇ ਆਪਣੇ GIC ਤੋਂ ਇਲਾਵਾ ਆਪਣੇ ਓਵਰਹੈਡਸ ਦੇ ਐਕਸਪੈਂਸਿਸ ਹੈਗੇ ਨੇ? ਸੋ ਉਹਦੇ ਕਰਕੇ ਤੁਹਾਡੇ ਫੰਡਸ ਜਿਹੜੇ ਹੈਗੇ ਨੇ
ਉਹ ਤੁਹਾਨੂੰ ਦਿਖਾਣੇ ਜ਼ਰੂਰੀ ਹੈਗੇ ਨੇ ਅਕੋਰਡਿੰਗ ਟੂ ਦ ਨਿਊ ਪਾਲਿਸੀ। ਦੋਸਤੋ ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ। ਕਈ ਸਾਡੇ ਏਜੰਟ ਫੈਲੋ ਕਲੀਗਸ ਵੀ ਹੈਗੇ ਨੇ ਜਿਹੜੇ ਕਿ ਇਸ ਲਾਈਵ ਸੈਸ਼ਨ ਨੂੰ ਦੇਖਦੇ ਨੇ। ਸੋ ਮੇਰਾ ਇਹ ਮੰਨਣਾ ਹੈਗਾ ਕਿ ਕੋਈ ਸਾਨੂੰ ਆਪਣੀ ਰਿਸਰਚ ਤੋਂ ਬਾਅਦ, ਬਿਕੋਜ਼ I really wanted to tell all the students who had applied for Canada, there is no need to get disappointed। ਜੇ AIP ਰਿਫਿਊਜ਼ ਹੋ ਗਿਆ, ਬਿਲਕੁਲ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਲੋੜ ਹੈਗੀ ਹੈ ਤੁਹਾਨੂੰ ਸਹੀ ਤਰੀਕੇ ਨਾਲ ਆਪਣੇ ਡਾਕੂਮੈਂਟਸ ਨੂੰ ਕੰਪਲੀਟ, ਬਿਕੋਜ਼ ਮੋਸਟਲੀ ਬੱਚਿਆਂ ਦਾ ਆ ਰਿਹਾ ਹੈਗਾ ਕਿ ਆਰ ਯੂ ਅ ਬੋਨਾਫਾਈਡ ਸਟੂਡੈਂਟ। ਜੇ ਆਪਾਂ ਗੱਲ ਕਰੀਏ ਵਾਟ ਇਜ਼ ਅ ਬੋਨਾਫਾਈਡ ਸਟੂਡੈਂਟ, ਅ ਬੋਨਾਫਾਈਡ ਸਟੂਡੈਂਟ ਇਜ਼ ਦ ਵਨ ਕਿ ਕਿਆ ਤੁਹਾਡੇ ਜਿਹੜੇ ਵੀ ਅਕੈਡਮਿਕਸ ਹੈਗੇ ਨੇ ਕਮਿਸ਼ਨ ਨੂੰ ਪੇਸ਼ ਕਰ ਰਹੇ ਹੋ, ਕਿਆ ਉਹ ਓਰੀਜਨਲ ਡਾਕੂਮੈਂਟਸ ਨੇ, ਕਿਆ ਉਹ ਡਾਕੂਮੈਂਟਸ ਤੁਹਾਡੇ ਅੱਗੇ ਤੁਹਾਡੀ ਪੜ੍ਹਾਈ ਵਾਸਤੇ ਸਫੀਸ਼ੀਐਂਟ ਨੇ। ਫੋਰ ਐਗਜ਼ਾਮਪਲ ਜੇ ਤੁਸੀਂ +2 ਕੀਤੀ ਹੈਗੀ ਹੈ ਕਾਮਰਸ ਦੇ ਵਿੱਚ, ਇਜ਼ ਇਟ ਐਨ ਓਰੀਜਨਲ ਡਾਕੂਮੈਂਟ। ਆਇਲ ਸਕੋਰ ਲਾ ਰਹੇ ਹੋ, ਕਿਆ ਉਹ ਤੁਹਾਡਾ ਓਰੀਜਨਲ ਡਾਕੂਮੈਂਟ ਹੈਗਾ। ਕੀ ਤੁਸੀਂ ਜਿਹੜੇ ਫੰਡਸ ਲਾ ਰਹੇ ਹੋ, ਕੀ ਤੁਸੀਂ ਆਪਣੀ ਸੋਰਸ ਆਫ ਇਨਕਮ ਜਿਹੜੀ ਲਾ ਰਹੇ ਹੋ ਉਹ ਜੈਨੂਇਨ ਹੈਗੀ ਹੈ। ਦੇਰ ਆਰ ਲੋਟ ਆਫ AIPs ਜਿਹਦੇ ਵਿੱਚ ਲਿਖਿਆ ਹੋਇਆ ਆ ਰਿਹਾ ਕਿ ਦਿਸ ਇਜ਼ ਨਾਟ ਦ ਫਾਈਨਲ, ਦਿਸ ਇਜ਼ ਐਨ AIP wherein obviously ਕੱਲ ਨੂੰ ਜੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਡਾਕੂਮੈਂਟਸ ਸਹੀ ਨਹੀਂ ਹੈਗੇ ਨੇ, ਬੋਨਾਫਾਈਡ ਮੀਨਸ ਜੈਨੂਇਨ, ਆਥੈਂਟਿਕ, ਸੋ ਡੈਫੀਨਿਟਲੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਹੈ। ਮੈਡੀਕਲ ਔਰ PCC ਦੀ ਗੱਲ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਕੀਤੀ ਸੀਗੀ ਕਿ ਜਿਹੜਾ ਸਟੂਡੈਂਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਲੈ ਪਾਏਗਾ, ਯਾਨੀ ਕਿ ਤੁਹਾਡਾ ਜਿਹੜਾ ਕੈਰੈਕਟਰ ਹੈਗਾ ਇਨ ਟਰਮਸ ਆਫ ਦੀ ਪੁਲਿਸ ਕਲੀਅਰੈਂਸ ਉਹ ਸਹੀ ਨਹੀਂ ਹੈਗਾ, ਸੋ ਡੈਫੀਨਿਟਲੀ ਨੋਬਡੀ ਇਜ਼ ਰਿਸਪੋਂਸਿਬਲ ਫॉर द ਰਿਫਿਊਜ਼ਲ, ਯੂ ਯੋਰਸੈਲਫ ਇਜ਼ ਰਿਸਪੋਂਸਿਬਲ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮੈਡੀਕਲ ਦੀ, ਮੈਡੀਕਲ ਦੇ ਵਿੱਚ ਮੈਂ ਸਾਰੇ ਸਟੂਡੈਂਟਸ ਨੂੰ ਗੱਲ ਕਰਦੀ ਹਾਂ ਜਦੋਂ ਤੁਹਾਡੀ ਆਫਰ ਲੈਟਰ ਆ ਜਾਵੇ, ਤੁਹਾਡੀ LOA ਆ ਜਾਏ, ਯੂ ਸ਼ੁੱਡ ਇਮੀਡੀਏਟਲੀ ਗੈਟ ਯੋਰ ਮੈਡੀਕਲ ਡਨ। ਈਜ਼ੀਲੀ ਅਪਾਇੰਟਮੈਂਟਸ ਅਵੇਲੇਬਲ ਹੈਗੀਆਂ ਸੋ ਦੈਟ ਜਦੋਂ ਕੱਲ ਨੂੰ ਆਪਾਂ ਸਾਨੂੰ ਮੈਡੀਕਲ ਰਿਕੁਐਸਟ ਆਵੇ ਉਸ ਟਾਈਮ ਆਪਾਂ ਆਪਣਾ ਮੈਡੀਕਲ ਸਰਟੀਫਿਕੇਟ ਇਮੀਡੀਏਟਲੀ ਦੇ ਸਕੀਏ ਐਂਡ ਉਸ ਟਾਈਮ ਆਪਾਂ ਅਪਾਇੰਟਮੈਂਟ ਦੀ ਵੇਟ ਨਾ ਕਰੀਏ। ਸੋ ਦੋਸਤੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਜਿਹੜੇ ਵੀ ਸਟੂਡੈਂਟਸ ਦਾ ਵੀਜ਼ਾ ਰਿਫਿਊਜ਼ ਹੋ ਗਿਆ ਉਹਨਾਂ ਨੂੰ ਨਿਰਾਸ਼ ਹੋਣ ਦੀ ਬਿਲਕੁਲ ਵੀ ਲੋੜ ਨਹੀਂ। ਦੁਬਾਰਾ ਤੋਂ ਉਹ ਡਾਕੂਮੈਂਟਸ ਲਾਓ 1 2 ਆਪਣੇ ਜਿੰਨੇ ਵੀ ਫੰਡਸ ਹੈਗੇ ਨੇ ਜਿਹੜੇ ਕਿ ਆਪਾਂ ਸੈਕੰਡ ਈਅਰ ਦੀ ਫੀਸ ਪਲੱਸ ਉੱਥੇ ਤੁਹਾਡਾ ਜਿਹੜੇ ਓਵਰਹੈਡਸ ਨੇ ਪਲੱਸ ਤੁਹਾਡੀ 에ਅਰ ਟਿਕਟ ਜਿਹੜੀ ਹੈਗੀ ਹੈ, ਕੀ ਤੁਹਾਡੇ ਕੋਲ ਯਾਨੀ ਕਿ ਤਕਰੀਬਨ 12 ਤੋਂ 13 ਲੱਖ ਰੁਪਏ ਦੇ ਜਿਹੜੇ ਤੁਹਾਡੇ ਫੰਡ ਹੈਗੇ ਨੇ ਕਿਆ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ, ਕੀ ਤੁਹਾਡੇ ਕੋਲ ਉਹ ਫੰਡਸ ਤੁਹਾਡੇ ਕੋਲ ਕਿੱਥੋਂ ਆਏ, ਵੈਦਰ ਇਟ ਇਜ਼ ਇਨ ਦ ਫਾਰਮ ਆਫ FD, ਵੈਦਰ ਇਟ ਇਜ਼ ਇਨ ਦ ਫਾਰਮ ਆਫ ਅ ਬੈਂਕ ਸਟੇਟਮੈਂਟ, ਕਿ 3 ਤੋਂ 4 ਮਹੀਨੇ ਦੇ ਤੁਹਾਡੇ ਫੰਡ ਜ਼ਰੂਰ ਹੋਣ ਤਾਂ ਕਿ 15-20 ਦਿਨ ਬਾਅਦ ਵੀ ਜੇ ਤੁਹਾਡੀ ਫਾਈਲ ਲੱਗਦੀ ਹੈ ਅਪਰੋਕਸੀਮੇਟਲੀ 3 ਤੋਂ 4 ਮਹੀਨੇ ਦੇ ਫੰਡਸ ਆਪਾਂ ਅੰਬੈਸੀ ਨੂੰ ਸ਼ੋ ਕਰ ਸਕੀਏ। ਜੇ ਵੀਜ਼ਾ ਰਿਫਿਊਜ਼ ਵੀ ਹੋ ਗਿਆ, ਨਾਟ ਐਟ ਆਲ ਯੂ ਸ਼ੁੱਡ ਵਰੀ ਈਵਨ ਅ ਸਿੰਗਲ 0.%। ਇਸ ਤੋਂ ਇਲਾਵਾ ਜਿਹੜੇ ਵੀ ਸਟੂਡੈਂਟਸ ਨੇ ਉੱਥੇ ਨਾਲ ਹੀ AIP ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਵੈਦਰ ਯੂ ਗੈਟ ਅ ਵੀਜ਼ਾ ਔਰ ਨਾਟ, ਤੁਸੀਂ ਆਪਣੀ ਕਲਾਸਿਸ ਇਮੀਡੀਏਟਲੀ ਸਟਾਰਟ ਕਰ ਲਓ। ਜੇ ਤੁਹਾਨੂੰ ਇਹ ਲੱਗਦਾ ਹੈਗਾ ਯੂ ਆਰ ਇਨ ਅ ਪ੍ਰੋਪਰ ਇੰਟਰਨੈਟ ਕਨੈਕਟੀਵਿਟੀ, ਇਹ ਲੱਗਦਾ ਹੈਗਾ ਕਿ ਤੁਹਾਡਾ ਇਹ ਜਿਹਾ ਕੋਰਸ ਹੈਗਾ ਜਿਹਦੇ ਵਿੱਚ ਕਿ ਤੁਸੀਂ ਘਰ ਬੈਠੇ ਆਨਲਾਈਨ ਪੜ੍ਹਾਈ ਕਰ ਲਈ, ਮੈਕਸਿਮਮ ਯੂਨੀਵਰਸਿਟੀਜ਼ ਐਂਡ ਪਬਲਿਕ ਕਾਲਜਸ ਦੀ ਜਿਹੜੀ ਕਲਾਸਿਸ ਹੈਗੀਆਂ ਇਟਸ ਨਾਟ ਮੋਰ ਦੈਨ 2 to 3 days a week, ਤੇ ਆਪਣੇ ਕਰੀਅਰ ਵਾਸਤੇ ਆਪਣੇ ਫਿਊਚਰ ਵਾਸਤੇ ਘਰ ਬੈਠੇ ਬਗੈਰ ਕਿਸੇ ਖਰਚੇ ਤੋਂ, ਯਾਨੀ ਕਿ ਜੇ ਤੁਸੀਂ ਕੈਨੇਡਾ ਬੈਠੇ ਹੋ ਤੇ ਘੱਟੋ ਘੱਟ $1000 ਤੋਂ $1500 ਦਾ ਤੁਹਾਡਾ ਖਰਚਾ ਆਉਂਦਾ ਹੈਗਾ। ਤੁਸੀਂ ਪਹਿਲੇ ਦਿਨ ਤੋਂ ਜਦੋਂ ਇੱਥੋਂ ਆਨਲਾਈਨ ਪੜ੍ਹਾਈ ਕਰ ਰਹੇ ਹੋ, ਕੋਈ ਇਸ ਟਾਈਮ ਇਹ ਤਾਂ ਹੈ ਨਹੀਂ ਤੁਸੀਂ ਕੈਨੇਡਾ ਜਾ ਕੇ ਤੁਹਾਡੇ ਲਈ ਕੋਈ ਜੌਬਸ ਰੈਡੀ ਹੈਗੀਆਂ ਪਲੈਟਰ ਦੇ ਵਿੱਚ, ਕੋਈ ਉੱਥੇ ਤੁਹਾਨੂੰ ਨੌਕਰੀਆਂ ਮਿਲਣੀ ਹੈਗੀਆਂ, ਇੰਨਾ ਰਿਸੈਸ਼ਨ ਆਇਆ, ਇੰਨਾ ਵੱਡਾ ਪੈਂਡਮਿਕ ਆਇਆ। ਸੋ ਤੁਸੀਂ ਸ਼ੁਕਰ ਮਨਾਓ, ਤੁਸੀਂ ਖੁਸ਼ ਨਸੀਬ ਹੈਗੇ ਹੋ ਕਿ ਕੈਨੇਡਾ ਗਵਰਨਮੈਂਟ ਨੇ ਤੁਹਾਡੇ ਵਾਸਤੇ ਇੰਨੀ ਵਧੀਆ ਓਪਰਚੁਨਿਟੀ ਜਿਹੜੀ ਕਿ ਅੱਜ ਤੱਕ ਕਦੀ ਵੀ ਕਿਸੇ ਵੀ ਕੰਟਰੀ ਨੇ ਕਿਸੇ ਵੀ ਸਟੂਡੈਂਟ ਵਾਸਤੇ, ਇੰਟਰਨੈਸ਼ਨਲ ਸਟੂਡੈਂਟ ਵਾਸਤੇ ਨਹੀਂ ਦਿੱਤੀ, ਕਿ ਤੁਸੀਂ ਘਰ ਬੈਠੇ ਜੇ ਆਪਣੀ ਪੜ੍ਹਾਈ ਕਰਦੇ ਹੋ ਤੇ ਤੁਹਾਡਾ ਪੋਸਟ ਐਲੀਜੀਬਿਲਿਟੀ ਕ੍ਰਾਈਟੇਰੀਆ ਉਸ ਦਿਨ ਤੋਂ ਤੁਹਾਡੀ ਸ਼ੁਰੂ ਹੋ ਜਾਂਦੀ ਹੈ। ਐਂਡ ਈਵਨ ਇਫ ਯੋਰ ਵੀਜ਼ਾ ਹੈਜ਼ ਗॉट ਰਿਫਿਊਜ਼ਡ, ਤੁਸੀਂ ਆਪਣੀ ਆਨਲਾਈਨ ਕਲਾਸਿਸ ਸ਼ੁਰੂ ਕਰ ਦਿਓ, ਐਡਮਿਸ਼ਨ ਲੈ ਲਓ, ਤੁਹਾਡੀ ਵੀਜ਼ਾ ਅੰਬੈਸੀ ਦੇ ਵਿੱਚ ਹਲੇ ਪ੍ਰੋਸੈਸ ਦੇ ਵਿੱਚ ਹੈ। ਸਟਾਰਟ ਯੋਰ ਆਨਲਾਈਨ ਕਲਾਸਿਸ, ਨਥਿੰਗ ਟੂ ਵਰੀ। ਜੇ ਤੁਸੀਂ ਆਪਣੀ ਫੀਸ ਭਰ ਵੀ ਦਿੱਤੀ ਹੈ ਤੇ ਵਰਲਡ ਵਾਈਡ ਸਰਵਿਸਿਜ਼ ਤੁਹਾਡੇ ਨਾਲ ਇੱਕ ਰਿਸਪੌਂਸਿਬਿਲਿਟੀ, ਇੱਕ ਪ੍ਰੋਮਿਸ ਕਰਦਾ ਹੈ ਕਿ ਜੇ ਤੁਹਾਡਾ ਕੱਲ ਨੂੰ ਕਿਸੇ ਵੀ ਸਟੇਜ ਤੇ, ਭਾਵੇਂ ਸਟੇਜ 1 ਤੇ ਜਾਂ ਆਫਟਰ AIP ਸਟੇਜ 2 ਤੇ ਵੀਜ਼ਾ ਰਿਫਿਊਜ਼ ਹੁੰਦਾ ਹੈ ਔਰ ਜੇ ਤੁਸੀਂ ਕਲਾਸਿਸ ਵੀ ਸ਼ੁਰੂ ਕਰਤੀਆਂ, ਸਟਿਲ ਆਲ ਯੋਰ ਫੀਸ ਵਿਲ ਬੀ ਰਿਫੰਡੇਬਲ, ਯਾਨੀ ਕਿ ਹੈਗੀ ਬਗੈਰ ਟਿਊਸ਼ਨ ਫੀਸ ਕੱਟੇ ਤੁਹਾਡੀ ਫੀਸ ਤੁਹਾਡੇ ਖਾਤੇ ਦੇ ਵਿੱਚ ਵਾਪਸ ਆ ਜਾਏਗੀ। ਸੋ ਸਟਾਰਟ ਯੋਰ ਆਨਲਾਈਨ ਕਲਾਸਿਸ, ਔਰ ਜਦੋਂ ਤੁਹਾਡਾ ਪ੍ਰੋਸੈਸ ਦੇ ਵਿੱਚ ਹੈਗਾ, ਪ੍ਰੋਸੈਸ ਦੇ ਵਿੱਚ ਤੁਸੀਂ ਆਪਣੀ ਆਨਲਾਈਨ ਐਪਲੀਕੇਸ਼ਨ ਦੇ ਵਿੱਚ
ਆਪਣੀ ਜਿਹੜੀ ਸਟੱਡੀਜ਼ ਕਰ ਰਹੇ ਹੋ, ਪੜ੍ਹਾਈ ਆਨਲਾਈਨ ਘਰ ਬੈਠੇ, ਉਹਨੂੰ ਤੁਸੀਂ ਅਪਲੋਡ ਕਰਕੇ ਆਪਣੀ ਫਾਈਲ ਦੇ ਵਿੱਚ ਭੇਜ ਸਕਦੇ ਹੋ। ਜਦੋਂ ਤੁਹਾਡੀ ਐਮਬੈਸੀ ਦੇ ਵਿੱਚ ਫਾਈਲ ਹੈ, ਯੂ ਕੈਨ ਸਟਿਲ ਗੋ ਟੂ ਦ CIC, ਆਪਣਾ ਜਿਹੜਾ ਤੁਹਾਡਾ CIC ਅਕਾਊਂਟ ਹੈਗਾ ਉਹਦੇ ਵਿੱਚ ਜਾ ਕੇ ਤੁਸੀਂ ਆਪਣੀ ਆਨਲਾਈਨ ਜਿਹੜੀ ਕਲਾਸਿਸ ਤੁਸੀਂ ਲੈ ਰਹੇ ਹੋ ਉਹ ਤੁਸੀਂ ਅਪਲੋਡ ਕਰ ਸਕਦੇ ਹੋ, ਸੋ ਦੈਟ ਹਾਈ ਕਮਿਸ਼ਨ ਨੂੰ ਇਹ ਲੱਗੇ ਕਿ ਯੈਸ ਯੂ ਆਰ ਅ ਬੋਨਾਫਾਈਡ ਜੈਨੂਇਨ ਸਟੂਡੈਂਟ। ਸੋ ਦੋਸਤੋ, ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਕੈਨੇਡਾ ਦੇ ਸਪੈਸੀਫਿਕਲੀ ਰਿਫਿਊਜ਼ਡ ਕੇਸਿਸ ਦਾ ਸਾਡਾ ਤਕਰੀਬਨ ਜਿਹੜਾ ਸਕਸੈਸ ਰੇਟ ਹੈ ਦੈਟ ਇਜ਼ ਮੋਰ ਦੈਨ 90%, ਯਾਨੀ ਕਿ 10 ਬੱਚਿਆਂ ਦੇ ਮਗਰ ਜੇ ਆਪਾਂ ਗੱਲ ਕਰੀਏ ਤੇ ਘੱਟੋ ਘੱਟ 9 ਬੱਚਿਆਂ ਦੇ ਵੀਜ਼ੇ ਅਸੀਂ ਰਿਫਿਊਜ਼ ਹੋਣ ਤੋਂ ਬਾਅਦ ਲਿੱਤੇ ਨੇ। ਸੋ ਨਿਰਾਸ਼ ਹੋਣ ਦੀ ਲੋੜ ਨਹੀਂ, ਇੱਕ ਵਾਰੀ ਸਾਡੇ ਹੈਲਪਲਾਈਨ ਨੰਬਰ ਤੇ ਜ਼ਰੂਰ ਕਾਲ ਕਰੋ, ਆਪਣਾ ਕੇਸ ਜ਼ਰੂਰ ਡਿਸਕਸ ਕਰੋ। ਅੰਟਿਲ ਅਨਲੈਸ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਬੈਨ ਨਾ ਲੱਗਿਆ ਹੋਵੇ, ਵੀ ਵਿਲ ਡੈਫੀਨੇਟਲੀ ਹੈਲਪ ਯੂ ਟੂ ਪ੍ਰੀਕਿਓਰ ਯੋਰ ਵੀਜ਼ਾ। ਇਸ ਤੋਂ ਇਲਾਵਾ ਹੁਣ ਜਿਹੜੇ ਵੀ ਸਟੂਡੈਂਟਸ ਦੇ ਵੀਜ਼ੇ ਆਏ ਨੇ, ਬਹੁਤ-ਬਹੁਤ ਮੁਬਾਰਕਾਂ ਉਹਨਾਂ ਨੂੰ। ਔਰ ਕਿਸੇ ਵੀ ਕੰਟਰੀ ਦਾ ਤੁਹਾਡਾ ਵੀਜ਼ਾ ਆਇਆ ਹੈਗਾ, ਮੇਰੀ ਰਿਕੁਐਸਟ ਹੈਗੀ ਹੈ ਕਿਸੇ ਵੀ ਕੰਸਲਟੈਂਟ, ਕਿਸੇ ਵੀ ਏਜੰਟ ਤੋਂ ਜੇ ਤੁਹਾਡਾ ਵੀਜ਼ਾ ਆਇਆ ਹੈ ਤੇ ਤੁਸੀਂ ਆਪਣਾ 14 ਦਿਨ ਦਾ ਕੁਆਰੰਟਾਈਨ ਜਿਹੜਾ ਹੋਣਾ ਹੈਗਾ ਉਹਦੀ ਕਨਫਰਮੇਸ਼ਨ ਜ਼ਰੂਰ ਲੈ ਕੇ ਜਾਓ। ਇਫ ਯੂ ਡੂ ਨਾਟ ਹੈਵ a proof of your 14-day quarantine, you will not be allowed in any of the airport clearance, यानी कि तुसी जिस भी कंट्री जा रहे हो उत्थे तुहानू एयरपोर्ट क्लीयरेंस नहीं मिलेगी जे तुहाडे कोल क्वारंटाइन दा सर्टिफिकेट या यानी कि तुसी कोई भी होटल दी बुकिंग कराई है, तुहाडे कोल कोई हॉस्टल दी बुकिंग हैगी है, तुहाडे कोल किसी भी तरह दा प्रूफ हैगा कि तुसी 14 दिन अपने आप नू कित्थे क्वारंटाइन करन वाले हो। सो दोस्तों, जे किसी भी तरह की कोई भी सलाह लैनी है साडे हैल्पलाइन नंबर ते कॉल करके साडे वीज़ा एक्सपर्ट तो तुसी राय लै सकते हो। So this was all about Australia, UK and Canada. ਇਸ ਤੋਂ ਇਲਾਵਾ over and above all the things ਮੈਂ ਹਰੇਕ ਸਟੂਡੈਂਟ ਨੂੰ ਇਹ ਦੱਸਣਾ ਚਾਹਾਂਗੀ, no fees ਵੀਜ਼ਾ ਦਾ ਤੇ ਸਾਡੀ ਕੰਪਨੀ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਹੈਗੀ ਹੈ। ਸੋ ਬੇਸਿਕਲੀ ਆਰ ਸਲੋਗਨ ਵੁੱਡ ਬੀ no visa, no fees. ਦਿਸ ਇਜ਼ ਬੇਸਿਕਲੀ ਸਾਡਾ ਇਹ ਮੰਨਣਾ ਹੈਗਾ ਕਿ ਇਸ ਪੈਂਡੇਮਿਕ ਦੇ ਵਿੱਚ ਇੱਕ ਨਿੱਕਾ ਪੈਸਾ ਤੁਹਾਡੇ ਲਈ ਬਹੁਤ ਜ਼ਰੂਰੀ ਹੈਗਾ। ਸੋ ਵੀ ਫੀਲ ਕਿ ਜੇ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ, ਵਰਲਡ ਵਾਈਡ ਸਰਵਿਸਿਜ਼ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ ਜੇ ਤੁਸੀਂ ਐਲੀਜੀਬਲ ਹੋ, ਤੁਹਾਡੇ ਵਾਸਤੇ ਰਿਸਕ ਲਏਗਾ, ਤੁਹਾਡੇ ਸਾਰੇ ਦੇ ਸਾਰੇ ਪੈਸੇ ਲਏਗਾ ਵੀਜ਼ਾ ਲੱਗਣ ਤੋਂ ਬਾਅਦ। ਇਸ ਤੋਂ ਇਲਾਵਾ PR ਸਟੂਡੈਂਟਸ ਬਾਰੇ 16th of September 2020 ਨੂੰ ਸਵੇਰੇ 9 ਵਜੇ ਤੋਂ ਸਾਡਾ PR ਦਾ ਸੈਮੀਨਾਰ ਹੈਗਾ। ਸਕਿੱਲ ਅਸੈਸਮੈਂਟ ਦੇ ਸਾਡੇ ਆਲਰੇਡੀ ਅਪਰੂਵਲ ਆਸਟ੍ਰੇਲੀਆ ਦੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕੈਨੇਡਾ ਦੀ PR ਦੀ ਅਪਰੂਵਲਸ ਜਿਹੜੇ ਵੀਜ਼ੇ ਡਾਇਰੈਕਟ ਰੈਡੀ ਟੂ ਸਟੈਂਪ ਹੈਗੇ, ਉਹ ਅਪਰੂਵਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ 16 ਸੈਪਟੈਂਬਰ ਸਵੇਰੇ ਤੋਂ ਸਾਡੇ ਵਰਲਡ ਵਾਈਡ ਸਰਵਿਸਿਜ਼ ਦੇ ਦਫ਼ਤਰ ਦੇ ਵਿੱਚ ਫਰਸਟ ਕਮ ਫਰਸਟ ਸਰਵ ਬੇਸਿਸ ਵਿੱਚ ਤੁਹਾਡੀ ਅਪਾਇੰਟਮੈਂਟ ਬੁੱਕ ਹੋਣਗੀਆਂ। ਜੇ ਤੁਹਾਨੂੰ ਇਹ ਲੱਗਦਾ ਹੈ ਤੁਸੀਂ ਗ੍ਰੈਜੂਏਟ ਹੋ, ਮਿਨੀਮਮ 6 ਮਹੀਨੇ ਤੋਂ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, IELTS ਅਪੇਅਰ ਕਰ ਸਕਦੇ ਹੋ, ਓਵਰਆਲ 6 ਨਾਟ ਲੈਸ ਦੈਨ 6 ਲਿਆ ਸਕਦੇ ਹੋ, ਜਾਂ ਤੁਸੀਂ BSc ਨਰਸਿੰਗ, GNM ਨਰਸਿੰਗ, ਜਾਂ ਤੁਸੀਂ ਨੈਨੀ ਦਾ ਤੁਸੀਂ ਡਿਪਲੋਮਾ ਹੋਲਡਰ ਹੈਗੇ ਹੋ, ਜਾਂ ਤੁਸੀਂ ਕਿੰਡਰਗਾਰਟਨ ਦੇ ਵਿੱਚ ਯਾਨੀ ਕਿ 5 ਸਾਲ ਦੇ ਛੋਟੇ ਬੱਚਿਆਂ ਨੂੰ ਤੁਸੀਂ ਪੜ੍ਹਾਇਆ ਹੈ ਔਰ ਤੁਹਾਡੇ ਜਨਰਲ ਕੈਟੇਗਰੀ ਦੇ ਵਿੱਚ IELTS ਦੇ ਵਿੱਚ ਓਵਰਆਲ 5.5 ਨਾਟ ਲੈਸ ਦੈਨ 5 ਆਏ ਹੋਏ ਨੇ, ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾਂ ਸਿੰਗਲ ਕੈਨੇਡਾ ਦਾ ਆਉਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਦੋਸਤੋ, ਸੋ ਦੇਰ ਨਾ ਕਰੋ, ਆਪਣੀ ਸਲੋਟ ਨੂੰ ਬੁੱਕ ਕਰਨ ਵਾਸਤੇ 16 ਸੈਪਟੈਂਬਰ ਵੈਡਨਸਡੇ ਨੂੰ ਸਵੇਰੇ 9 ਵਜੇ ਤੋਂ 7304 7304 ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ, ਆਪਣਾ ਸਲੋਟ ਬੁੱਕ ਕਰ ਸਕਦੇ ਹੋ। ਕੀਪਿੰਗ ਇਨ ਮਾਈਂਡ ਦ ਪੈਂਡੇਮਿਕ, ਬਹੁਤ ਹੀ ਲਿਮਿਟਡ ਨੰਬਰ ਆਫ ਅਪਾਇੰਟਮੈਂਟਸ ਅਸੀਂ ਲੈ ਸਕਦੇ ਹੈਗੇ ਹਾਂ। ਸਾਡੇ ਵੀਜ਼ਾ ਐਕਸਪਰਟ, ਸਾਡੇ PR ਐਕਸਪਰਟ, ਸਾਡੇ ਇਮੀਗ੍ਰੇਸ਼ਨ ਲਾਇਰ ਜਿਹੜੇ ਹੋਣਗੇ, ਉਹ ਨਾਲ ਤੁਹਾਨੂੰ ਸੈਲਫ ਅਸੈਸਮੈਂਟ ਇਮੀਡੀਏਟਲੀ ਤੁਸੀਂ ਐਲੀਜੀਬਲ ਹੋ ਕਿ ਨਹੀਂ ਹੋ, ਉਹ ਵਿਦਆਊਟ ਮਚ ਅਡੂ ਯੂ ਮੇ ਕਾਲ ਆਰ ਹੈਲਪਲਾਈਨ ਨੰਬਰ। ਕੁਝ ਕੁਐਸਚਨਸ ਆਏ ਹੋਏ ਨੇ, ਉਹਨਾਂ ਦੇ ਜਵਾਬ ਦੇਵਾਂਗੇ। ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਤੁਸੀਂ ਇੱਥੇ ਸਾਨੂੰ ਮੈਸੇਜ ਕਰ ਸਕਦੇ ਹੋ, ਔਰ ਸ਼ੋਅ ਤੋਂ ਬਾਅਦ ਵੀ ਜੇ ਤੁਹਾਨੂੰ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਇਨਬਾਕਸ ਜਾਂ ਮੈਸੇਜ ਕਰ ਸਕਦੇ ਹੋ, ਜਾਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ। ਹੈਲੋ ਕੁਬੇਰ ਅਹੂਜਾ, ਕਿਤਨੇ ਪੈਸੇ, ਕਿਹੜੀ ਕੰਟਰੀ ਦਾ ਪੈਕੇਜ ਪੁੱਛ ਰਹੇ ਹੋ ਤੁਸੀਂ ਕੁਬੇਰ? ਵੀ ਕੈਨ ਟੈਲ ਯੂ ਐਂਡ ਗਾਈਡ ਅਕੋਰਡਿੰਗਲੀ। ਸਿੰਘ ਹਾਈ ਸਿਮਰਨ। ਪ੍ਰਿਆੰਸ਼ ਸ਼ਰਮਾ, 12th ਚੋਂ ਓਵਰਆਲ 79%, ਇੰਗਲਿਸ਼ ਚੋਂ 81, 2016 ਪਾਸ ਆਊਟ ਵਿਦਾਊਟ IELTS ਹੋ ਸਕਦਾ ਹੈ। Definitely Priyansh, you are eligible for Australia study visa and UK study visa also.
ਐਂਡ ਕਿਵੇਂ ਤੁਸੀਂ ਔਰ ਕਿਹੜੀ ਯੂਨੀਵਰਸਿਟੀਜ਼ ਔਰ ਕਿਹੜੇ ਕੋਰਸ ਵਾਸਤੇ ਤੁਸੀਂ ਐਲੀਜੀਬਲ ਹੈਗੇ ਹੋ, ਉਹ ਤੁਹਾਡੇ ਸਬਜੈਕਟਸ ਇਹਦੇ ਵਿੱਚ ਨਹੀਂ ਮੈਂਸ਼ਨਡ ਹੈਗੇ ਨੇ। ਸੋ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਸਾਡੇ ਵੀਜ਼ਾ ਐਕਸਪਰਟ ਤੋਂ ਰਾਏ ਲੈ ਸਕਦੇ ਹੋ। ਸਟੱਡੀ ਵੀਜ਼ਾ ਮੈਮ BCom 56%, 2019 ਆਸਟ੍ਰੇਲੀਆ ਵਿਦਆਊਟ ਆਇਲਸ ਦੱਸੋ। ਡੀਅਰ 56% ਤੁਹਾਡੇ ਇੰਗਲਿਸ਼ ਚੋਂ ਹੈਗੇ ਨੇ ਜਾਂ ਓਵਰਆਲ ਪਰਸੈਂਟੇਜ ਹੈਗੀ ਹੈ? ਜੇ ਓਵਰਆਲ ਪਰਸੈਂਟੇਜ 56 ਹੈਗੇ ਨੇ, ਇੰਗਲਿਸ਼ ਚੋਂ 60% ਵੀ ਹੈਗੇ ਨੇ, definitely we can help you with the study in Australia without IELTS. Mahamadou, wonderful, thank you. Gary Hans ma'am, Europe ਦੇ ਉੱਤੇ ਵੀ ਬੋਲੋ। ਗੈਰੀ ਜੇ ਯੂਰਪ ਦੀ ਅੱਜ ਡੈਫੀਨੇਟਲੀ ਸੈਸ਼ਨ ਨਹੀਂ ਹੈਗਾ, ਬਟ ਥੋੜ੍ਹੀ ਜਿਹੀ ਤੁਹਾਡੀ ਇਨਫੋਰਮੇਸ਼ਨ, ਕਿਉਂਕਿ ਤੁਹਾਡਾ ਸਵਾਲ ਆਇਆ ਹੈਗਾ, ਕਿਸੇ ਵੀ ਸਟੂਡੈਂਟ ਦਾ 10 ਸਾਲ ਤੱਕ ਦਾ ਜੇ ਗੈਪ ਹੈਗਾ ਤੇ ਤੁਸੀਂ ਵਿਦਆਊਟ ਆਇਲਸ ਮਾਲਟਾ ਜਾ ਸਕਦੇ ਹੋ, ਬਹੁਤ ਹੀ ਘੱਟ ਖਰਚੇ, 7 ਤੋਂ 8 ਲੱਖ ਰੁਪਏ ਦੇ ਖਰਚੇ ਵਿੱਚ ਸਾਰੇ ਦੇ ਸਾਰੇ ਪੈਸੇ ਕੰਪਨੀ ਲਏਗੀ ਵੀਜ਼ਾ ਲੱਗਣ ਤੋਂ ਬਾਅਦ। ਇਸ ਟਾਈਮ ਅਕਤੂਬਰ ਨਵੰਬਰ ਇਨਟੇਕ ਵਾਸਤੇ ਕੁਝ ਹੀ ਸੀਟਾਂ ਬਾਕੀ ਨੇ। ਜੇ ਤੁਹਾਡਾ 10 ਸਾਲ ਤੱਕ ਦਾ ਗੈਪ ਹੈਗਾ, 40% ਨੰਬਰ ਹੈਗੇ ਨੇ, ਤਾਂ ਵੀ ਤੁਸੀਂ ਮਾਲਟਾ ਜਾ ਸਕਦੇ ਹੋ। ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਰਿਫਿਊਜ਼ਲ ਹੋ ਗਿਆ, ਫॉर ਐਗਜ਼ਾਮਪਲ ਜੇ ਤੁਸੀਂ ਮਾਲਟਾ ਤੋਂ ਰਿਫਿਊਜ਼ ਹੋ ਜਾਂ ਯੂਰਪ ਦੇ ਕਿਸੇ ਵੀ ਕੰਟਰੀ ਤੋਂ ਵੀ ਰਿਫਿਊਜ਼ ਹੈਗੇ ਹੋ, ਤਾਂ ਵੀ ਤੁਸੀਂ ਮਾਲਟਾ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। ਐਂਡ ਫਰਦਰ ਤੁਸੀਂ 3 ਮਹੀਨੇ ਬਾਅਦ TRC ਐਲੀਜੀਬਲ ਹੁੰਦੇ, TRC ਯਾਨੀ ਕਿ ਟੈਂਪਰੇਰੀ ਰੈਜ਼ੀਡੈਂਸੀ ਕਾਰਡ ਲੈ ਕੇ ਤੁਸੀਂ ਪੂਰੇ ਯੂਰਪ ਦੇ ਵਿੱਚ, UK ਦੇ ਵਿੱਚ ਟਰੈਵਲ ਵੀ ਕਰ ਸਕਦੇ ਹੋ। ਸਟੱਡੀ ਇਨ ਫਰਾਂਸ ਦੀ ਆਪਸ਼ਨ ਹੈਗੀ ਹੈ, ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ 5 ਤੋਂ 7 ਸਾਲ ਦਾ ਗੈਪ ਐਕਸੈਪਟੇਬਲ ਹੈਗਾ। ਪੁਰਤਗਾਲ ਦੇ ਵਿੱਚ 2019-20 ਪਾਸ ਆਊਟ ਜੇ ਤੁਸੀਂ ਹੈਗੇ ਹੋ ਬੈਚਲਰਸ ਦੇ ਵਿੱਚ, ਸੋ ਡੈਫੀਨੇਟਲੀ ਯੂ ਆਰ ਐਲੀਜੀਬਲ ਫॉर ਸਟੱਡੀ ਇਨ ਪੁਰਤਗਾਲ। ਜਰਮਨੀ, ਇਟਲੀ, ਐਸਟੋਨੀਆ, ਕਿਸੇ ਵੀ ਕੰਟਰੀ ਲਈ ਐਲੀਜੀਬਿਲਿਟੀ ਚੈੱਕ ਕਰਨ ਵਾਸਤੇ ਸਾਡੇ ਹੈਲਪਲਾਈਨ ਨੰਬਰ ਤੇ ਗੈਰੀ ਤੁਸੀਂ ਕਾਲ ਕਰ ਸਕਦੇ ਹੋ। ਬਿਪਿਨ ਚੌਧਰੀ, ਹੈਲੋ ਹਾਈ। ਹੋਟਲ ਮੇਨਟੇਨੈਂਸ, ਓਕੇ, ਤੁਹਾਡਾ ਸਵਾਲ ਨਹੀਂ ਸਮਝ ਆਇਆ। ਤਰਸੇਮ ਸੇਖੋ, ਥੈਂਕਸ ਫॉर योर ਨੰਬਰ, ਯੂ ਵਿਲ ਗੈਟ ਅ ਕਾਲ ਬੈਕ। ऑलराइट दोस्तों, सो आज briefly we'll have an overview study in Australia without IELTS। ਜੇ ਤੁਹਾਡੇ ਓਵਰਆਲ ਭਾਵੇਂ 55 ਨੰਬਰ% ਵੀ ਹੈਗੇ ਨੇ ਔਰ ਅੰਗਰੇਜ਼ੀ ਜੋ 60% ਨੰਬਰ ਨੇ, ਕਿਵੇਂ ਤੁਸੀਂ ਵਿਦਆਊਟ IELTS ਆਸਟ੍ਰੇਲੀਆ ਫੀਸ ਆਫਟਰ ਵੀਜ਼ਾ ਦੀ ਓਪਰਚੁਨਿਟੀ ਚੱਕ ਸਕਦੇ ਹੋ ਨਵੰਬਰ ਇਨਟੇਕ ਵਾਸਤੇ। ਜੇ ਤੁਸੀਂ ਓਵਰਆਲ 50% ਦੇ ਨਾਲ ਸਿਰਫ ਅੰਗਰੇਜ਼ੀ ਜੋ 40% ਨੰਬਰ ਵੀ ਹੈ, ਕਿਵੇਂ ਤੁਸੀਂ UK ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਕੇ ਆਪਣਾ UK ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਜੇ +2 ਪਾਸ ਹੋ ਤਾਂ ਸਿੰਗਲ, ਜੇ ਗ੍ਰੈਜੂਏਟ ਹੋ ਤੇ ਤੁਸੀਂ ਆਪਣੇ ਸਪਾਊਸ ਨਾਲ ਜਾ ਸਕਦੇ ਹੋ। ਇਸ ਤੋਂ ਇਲਾਵਾ ਕਿਵੇਂ ਤੁਸੀਂ AIP ਆਪਣੀ ਕੈਨੇਡਾ ਦੀ ਲੈ ਸਕਦੇ ਹੋ, ਈਵਨ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਆਨਲਾਈਨ ਕਲਾਸਿਸ ਲੈ ਕੇ ਆਪਣੇ ਸਫੀਸ਼ੀਐਂਟ ਸੈਕੰਡ ਈਅਰ ਦੀ ਫੀਸ ਦੇ ਫੰਡਸ ਦਿਖਾ ਕੇ ਤੁਸੀਂ ਆਪਣਾ ਕੈਨੇਡਾ ਜਾਣ ਦਾ ਸੁਪਨਾ 100% ਲੈ ਸਕਦੇ ਹੈਗੇ ਹੋ। ਵਧੇਰੀ ਜਾਣਕਾਰੀ ਵਾਸਤੇ ਕਾਲ ਕਰੋ ਸਾਡੇ ਹੈਲਪਲਾਈਨ ਨੰਬਰ ਤੇ ਐਂਡ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। 6 ਮਹੀਨੇ ਤੋਂ ਲੈ ਕੇ 10 ਸਾਲ ਦੇ ਗੈਪ ਤੱਕ ਦੇ ਸਟੂਡੈਂਟਸ ਆਪਣਾ ਬਾਹਰ ਜਾਣ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਨੇ, ਸਾਰੇ ਦੇ ਸਾਰੇ ਪੈਸੇ ਕੰਪਨੀ ਲਏਗੀ ਵੀਜ਼ਾ ਲੱਗਣ ਤੋਂ ਬਾਅਦ। ਮੈਮ ਕੈਨੇਡਾ ਹੋ ਸਕਦਾ ਹੈ ਵਿਦਆਊਟ ਆਇਲਸ? ਪ੍ਰਿयांश, ਯੂ ਨੀਡ ਟੂ ਸ਼ੇਅਰ ਯੋਰ ਪ੍ਰੋਫਾਈਲ ਕਿ ਕਿਵੇਂ ਤੁਸੀਂ ਕੈਨੇਡਾ ਵਿਦਆਊਟ ਆਇਲਸ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ ਹੋ। ਦੇਰ ਆਰ ਫਿਊ ਕੋਰਸਿਸ ਜਿਹਦੇ ਵਿੱਚ ਕਿ ਤੁਸੀਂ ਆਪਣਾ ਲੈਂਗੁਏਜ ਕੋਰਸ ਪਹਿਲਾਂ ਕੈਨੇਡਾ ਦੇ ਵਿੱਚ ਕਰਦੇ ਹੋ, ਫਰਦਰ ਫੋਲੋਡ ਬਾਈ ਯੋਰ ਮੇਨ ਕੋਰਸ ਬੈਚਲਰਸ ਔਰ ਮਾਸਟਰਸ। ਹੈਲੋ ਮੈਮ, UV ਰਾਜੇਸ਼, ਹਾਈ UV। ਗੁਰਸਿਮਰਨਜੀਤ ਸਿੰਘ ਰੰਧਾਵਾ, ਹਾਊ ਇਜ਼ ਇਟ ਪੋਸੀਬਲ ਕੈਨ ਆਈ ਨੋ? ਗੁਰਸਿਮਰਨ, ਕਿਸ ਕੰਟਰੀ ਵਾਸਤੇ ਪੋਸੀਬਿਲਿਟੀ ਤੁਸੀਂ ਪੁੱਛ ਰਹੇ ਹੋ? ਤੁਸੀਂ ਆਪਣਾ ਸਵਾਲ ਇੱਥੇ ਲਿਖ ਸਕਦੇ ਹੋ ਜਾਂ ਸਾਡੇ ਹੈਲਪਲਾਈਨ ਨੰਬਰ ਤੇ। ਆਸਟ੍ਰੇਲੀਆ ਇਨ ਵਿਚ ਸਿਟੀ? ਵੈਰੀ ਗੁੱਡ ਕੁਐਸਚਨ ਗੁਰਸਿਮਰਨਜੀਤ। ਵੀ ਹੈਵ ਟਾਈ ਅਪਸ ਵਿਦ ਮਲਟੀਪਲ ਯੂਨੀਵਰਸਿਟੀਜ਼, ਜਿਹਦੇ ਵਿੱਚ ਕਿ ਤੁਹਾਨੂੰ ਐਡਲੇਡ ਹੋ ਗਿਆ, ਬ੍ਰਿਸਬੇਨ ਹੋ ਗਿਆ, ਦੋ ਵੀ ਹੈਵ ਆਪਸ਼ਨ ਫॉर ਸਿਡਨੀ, ਮੈਲਬਨ ਆਲਸੋ, ਬਟ ਵੀ ਡੈਫੀਨੇਟਲੀ ਟਰਾਈ ਕਿ ਜੇ ਵਿਦਆਊਟ ਆਇਲ ਸਟੂਡੈਂਟ ਜਾ ਰਿਹਾ ਤੇ ਉਹਨੂੰ ਰੀਜਨਲ ਏਰੀਆ ਦੇ ਵਿੱਚ ਅਸੀਂ ਪ੍ਰਮੋਟ ਕਰਦੇ ਹਾਂ, ਬਿਕੋਜ਼ ਰੀਜਨਲ ਏਰੀਆ ਦੇ ਵਿੱਚ ਓਬਵੀਅਸਲੀ ਸਕਸੈਸ ਰੇਟ 100% ਰਹਿੰਦਾ ਹੈਗਾ, ਬਿਕੋਜ਼ ਓਬਵੀਅਸਲੀ ਹਰ ਸਿਟੀ ਉੱਥੇ ਬਸਾਵਟ ਚਾਹੁੰਦੀ ਹੈ, ਸੋ ਦੇ ਵਾਂਟ ਦੈਟ ਪੀਪਲ। So we have option with Sydney, Melbourne, Perth, Adelaide, Brisbane. All the options are available. ਤੁਸੀਂ ਆਪਣਾ ਪ੍ਰੋਫਾਈਲ ਸ਼ੇਅਰ ਕਰਕੇ ਕਿਹੜੇ ਕੋਰਸ, ਕਿਹੜੀ ਯੂਨੀਵਰਸਿਟੀ ਵਾਸਤੇ ਐਲੀਜੀਬਲ ਹੈਗੇ ਹੋ, ਤੁਸੀਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ। UV ਰਾਜੇਸ਼, 2018-19 +2 possible for Portugal study visa? No UV, if you are a graduate in 2019 or 18, then you are eligible because we have masters in business. So obviously ਜੇ ਤੁਸੀਂ bachelors ਹੋ ਤਾਂ ਤੁਸੀਂ ਪੋਰਚੁਗਲ ਸਟੱਡੀ ਵੀਜ਼ਾ ਲਈ ਐਲੀਜੀਬਲ ਹੋ।
Sakib Chima, from which country you are? Sakib, I'm from India. Gursimranjeet Singh, currently I am in England. All right, Gursimran, that's perfectly fine because Australia, ਜਿਵੇਂ ਕਿ ਤੁਹਾਨੂੰ ਪਤਾ ਹੋਏਗਾ, it's an online process. ਆਨਲਾਈਨ ਤੁਹਾਡੀ ਫਾਈਲ ਅਪਲੋਡ ਹੁੰਦੀ ਹੈਗੀ ਹੈ ਐਂਡ ਫਿਜ਼ੀਕਲੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਸਾਨੂੰ ਲੋੜ ਪੈਂਦੀ ਹੈ ਤੇ ਤੁਸੀਂ ਯੂਕੇ ਤੋਂ ਵੀ ਫਲਾਈ ਕਰ ਸਕਦੇ ਹੋ ਯੂ ਕੈਨ ਬੀ ਇਨ ਜੇ ਤੁਹਾਡੀ ਐਲੀਜੀਬਿਲਿਟੀ ਕ੍ਰਾਈਟੇਰੀਆ ਪੂਰੀ ਹੁੰਦੀ ਹੈ ਸੋ ਯੂਕੇ ਤੋਂ ਡਾਇਰੈਕਟਲੀ ਤੁਸੀਂ ਆਸਟ੍ਰੇਲੀਆ ਫਲਾਈ ਕਰ ਸਕਦੇ ਹੋ ਤੁਹਾਨੂੰ ਇੰਡੀਆ ਆਉਣ ਦੀ ਕੋਈ ਲੋੜ ਨਹੀਂ ਹੈ ਪ੍ਰਿਆੰਸ਼ ਸ਼ਰਮਾ 2016 ਪਾਸ ਆਊਟ ਓਵਰਆਲ 79% ਇੰਗਲਿਸ਼ ਚੋਂ 81% ਮੈਮ ਵਿਦਆਊਟ ਆਇਲਸ very good profile Priyansh definitely you can apply without IELTS for Canada ਦੇ ਵਿੱਚ ਤੁਹਾਡਾ ਪਹਿਲਾ ਇੰਗਲਿਸ਼ ਦਾ ਫਾਊਂਡੇਸ਼ਨ ਕੋਰਸ ਹੋਏਗਾ ਫਰਦਰ ਤੁਸੀਂ ਜੇ +2 ਪਾਸ ਹੋ you haven't mentioned ਤੇ ਤੁਸੀਂ ਗ੍ਰੈਜੂਏਸ਼ਨ ਵਾਸਤੇ ਜਾ ਸਕਦੇ ਹੋ ਜੇ ਗ੍ਰੈਜੂਏਟ ਹੋ you can definitely go for your master's course Gursimran Singh Randhawa BSc nursing definitely yes Gursimran ਜੇ ਤੁਸੀਂ BSc ਨਰਸਿੰਗ ਹੈਗੇ ਹੋ ਤੁਸੀਂ ਕਿਹੜੇ ਈਅਰ ਦੇ ਵਿੱਚ BSc ਨਰਸਿੰਗ ਕਰਦੇ ਪਏ ਹੈਗੇ ਹੋ ਇਫ ਯੂ ਹੈਵ ਆਲਰੇਡੀ ਕੰਪਲੀਟਡ ਯੋਰ ਕੋਰਸ ਯੂ ਕੈਨ ਗੋ ਫॉर योर ਮਾਸਟਰਸ ਇਨ ਆਸਟ੍ਰੇਲੀਆ and we need to see your +2 overall score then your graduation if you've already completed your graduation and on what visa are you in England right now we need to know are you in your study visa are you in your post study work permit so you can call us at 73064 and take an appointment with me or my visa expert and take a complete guidance according to your profile UV Rajesh okay done thank you so much alright ਦੋਸਤੋ ਅੱਜ ਵਾਸਤੇ ਇੰਨਾ ਹੀ ਜੇ ਤੁਹਾਡੇ ਮਨ 'ਚ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਵਾਲ ਹੈਗੇ ਨੇ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰੋ ਜੇ ਘਰ ਬੈਠੇ ਬੈਠੇ ਘਰੋਂ ਬਾਹਰ ਨਿਕਲੇ ਬਗੈਰ ਆਨਲਾਈਨ ਆਪਣੀ ਪ੍ਰੋਫਾਈਲ ਤੁਸੀਂ ਲਾਣਾ ਚਾਹੁੰਦੇ ਹੈਗੇ ਹੋ ਆਨਲਾਈਨ ਵੀਜ਼ਾ ਤੱਕ ਦਾ www.worldwideservices.in ਤੇ ਲੌਗਇਨ ਕਰਕੇ ਆਪਣੀ ਬੁੱਕ ਕਰ ਸਕਦੇ ਹੋ ਸੋ ਦੋਸਤੋ ਅੱਜ ਵਾਸਤੇ ਇੰਨਾ ਹੀ ਕਰ ਸਿਹਤਮੰਦ ਰਹੋ ਚੜ੍ਹਦੀ ਕਲਾਵਾਂ 'ਚ ਰਹੋ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹੋ ਸਾਨੂੰ ਦਿਓ ਇਜਾਜ਼ਤ ਅਗਲੇ ਹਫਤੇ ਫਿਰ ਆਵਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਇੱਕ ਨਵੀਂ ਅਪਡੇਟ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ